Googly Entertainment। ਗੁਗਲੀ ਐਂਟਰਟੇਨਮੈਂਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਵਿਰਸਾ ਵਿਹਾਰ ਦੇ ਵਿਹੜੇ ਆਏ ਹੋਏ ਹਾਂ ਔਰ ਬਹੁਤ ਹੀ ਖਾਸ ਮੁਲਾਕਾਤ ਇਹਨੂੰ ਮੈਂ ਕਹਾਂਗਾ ਕਿ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਡਾਇਰੈਕਟਰ ਰਜਿੰਦਰ ਜੀ ਔਰ ਡਾਇਰੈਕਟਰ ਅਮਿਤਾ ਸ਼ਰਮਾ ਜੀ ਜਿਹੜੇ ਅੱਜ ਇਸ ਮੁਲਾਕਾਤ ਦੇ ਵਿੱਚ ਤੁਹਾਡੇ ਰੂਬਰੂ ਹੋਣਗੇ। ਇਹ ਦੋਸਤੋ ਖਾਸ ਗੱਲ ਇਹ ਹੈਗੀ ਹੈ ਇਸ ਇੰਟਰਵਿਊ ਦੀ ਕਿ ਇੱਥੇ ਕੌਮੀ ਪੱਧਰ ਦੀ ਕਲਾ ਵਰਕਸ਼ਾਪ ਜਿਹੜੀ ਆ ਥੀਏਟਰ ਵਰਕਸ਼ਾਪ ਲੱਗੀ ਹੋਈ ਆ ਔਰ ਡਾਇਰੈਕਟਰ ਰਜਿੰਦਰ ਜੀ ਔਰ ਡਾਇਰੈਕਟਰ ਅਮਿਤਾ ਜੀ ਇਹਨਾਂ ਵਿਦਿਆਰਥੀਆਂ ਨੂੰ ਰੋਜ਼ ਹੀ ਕਲਾ ਗਿਆਨ ਜਿਹੜਾ ਉਹ ਵੰਡਦੇ ਆ ਰਹੇ ਆ। ਇੱਥੇ ਦੇਸ਼ ਦੀਆਂ ਪ੍ਰਸਿੱਧ ਹਸਤੀਆਂ ਨੇ ਵੀ ਗਿਆਨ ਵੰਡਣ ਆਉਣਾ ਵਾ ਔਰ ਸਾਰੀ ਗੱਲਬਾਤ ਜਿਹੜੀ ਆ ਉਹ ਹੁਣੇ ਹੀ ਜਿਹੜੀ ਤੁਹਾਡੇ ਰੂਬਰੂ ਕਰਾਂਗੇ। ਮਿਲਦੇ ਆ ਡਾਇਰੈਕਟਰ ਸਾਹਿਬ ਜੀ ਨੂੰ, ਰਜਿੰਦਰ ਜੀ ਨੂੰ। ਤੇ ਇੱਕ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਕਿ ਸਾਡੇ ਇਸ ਐਪੀਸੋਡ ਦਾ ਜਿਹੜਾ ਨਾਮ ਆ ਉਹ ਆ ਸਫ਼ਰ ਏ ਜ਼ਿੰਦਗੀ। ਤੇ ਸਫ਼ਰ ਏ ਜ਼ਿੰਦਗੀ ਦੇ ਉੱਤੇ ਆਧਾਰਿਤ ਹੀ ਇਹ ਗੱਲਬਾਤ ਵੀ ਚੱਲੇਗੀ ਔਰ ਨਾਲ ਹੀ ਗੱਲਬਾਤ ਜਿਹੜੀ ਕਰਾਂਗੇ ਵਰਕਸ਼ਾਪ ਦੇ ਸੰਬੰਧੀ। ਇਹਨੂੰ ਬਹੁਤ ਹੀ ਧਿਆਨ ਦੇ ਨਾਲ ਤੁਸੀਂ ਵੇਖਣਾ ਹੈ, ਸੁਣਨਾ ਹੈ। ਤੇ ਮਿਲਦੇ ਆ ਰਜਿੰਦਰ ਜੀ ਨੂੰ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਸਰ। ਤੁਸੀਂ ਇੰਨਾ ਵਧੀਆ ਪ੍ਰੋਗਰਾਮ ਜਿਹੜਾ ਆ ਉਹ ਤੁਸੀਂ ਵਿੱਢਿਆ ਹੋਇਆ ਆ, ਇੰਨੀ ਦੇਰ ਤੋਂ ਇਹ ਚੱਲ ਰਿਹਾ ਆ। ਮੈਂ ਦੇਖਦਾ ਰਹਿੰਦਾ ਅਕਸਰ ਐਪੀਸੋਡ। ਅੰਮ੍ਰਿਤਸਰ ਦੀਆਂ ਜਿਹੜੀਆਂ ਪਰਸਨੈਲਿਟੀਜ਼ ਨੇ ਜਿਨ੍ਹਾਂ ਤੋਂ ਬੱਚੇ ਵਾਕਿਫ ਨਹੀਂ ਹੈਗੇ, ਉਹਨਾਂ ਤੋਂ ਵਾਕਿਫ ਕਰਵਾਉਣਾ, ਉਹਨਾਂ ਦੀ ਜ਼ਿੰਦਗੀ ਤੋਂ ਵਾਕਿਫ ਕਰਵਾਉਣਾ। ਮੇਰੇ ਖਿਆਲ ਨਾਲ ਕਰੋਨਾ ਨੇ ਨਾ ਇੱਕ ਬਹੁਤ ਵਧੀਆ ਸਾਨੂੰ ਜਿਹੜੀ ਚੀਜ਼ ਦਿੱਤੀ ਹੈ ਉਹ ਸ਼ਾਇਦ ਇਹੀ ਦਿੱਤੀ ਹੈ ਕਿ ਅਸੀਂ ਔਨਲਾਈਨ ਮਤਲਬ ਸਾਰਿਆਂ ਨੂੰ ਅਸੀਂ ਜਾ ਕੇ ਮਿਲ ਤਾਂ ਨਹੀਂ ਸਕਦੇ, ਸਾਰੇ ਸਾਡੇ ਤੱਕ ਪਹੁੰਚ ਵੀ ਨਹੀਂ ਸਕਦੇ, ਪਰ ਇਹ ਜ਼ਰੂਰ ਇੱਕ ਮਾਧਿਅਮ ਬਣ ਗਿਆ ਹੋਇਆ ਹੈ ਕਿ ਅਸੀਂ ਔਨਲਾਈਨ ਹੋ ਕੇ ਲੋਕਾਂ ਤੱਕ ਜਿਹੜਾ ਹੈ ਹਜ਼ਾਰਾਂ ਲੱਖਾਂ ਲੋਕਾਂ ਤੱਕ ਅਸੀਂ ਪਹੁੰਚ ਸਕਦੇ ਹਾਂ, ਕਰੋੜਾਂ ਲੋਕਾਂ ਤੱਕ ਪਹੁੰਚ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ। ਔਰ ਇਸ ਇੰਟਰਵਿਊ ਲਈ ਜਿਵੇਂ ਵੀ ਤੁਸੀਂ ਜੋ ਵੀ ਪੁੱਛੋਗੇ ਮੈਂ ਉਹਦਾ ਜਵਾਬ ਦਊਂਗਾ ਤੁਹਾਨੂੰ। ਦਸਤਕ ਅੰਮ੍ਰਿਤਸਰ ਗਰੁੱਪ ਦੇ ਡਾਇਰੈਕਟਰ ਨੇ ਰਜਿੰਦਰ ਜੀ ਔਰ ਗੱਲ ਕਰਦੇ ਹਾਂ ਕਿ ਰੰਗਮੰਚ ਦਾ ਜਿਹੜਾ ਸਫ਼ਰ ਆ ਉਹ ਕਿਵੇਂ ਸ਼ੁਰੂ ਕੀਤਾ ਤੇ ਕਿਵੇਂ ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਤੱਕ ਇਹ ਪਹੁੰਚੇ। ਇਸ ਸਫ਼ਰ ਬਾਰੇ ਜ਼ਰੂਰ ਇਹਨਾਂ ਕੋਲੋਂ ਪੁੱਛਦੇ ਹਾਂ। ਹਾਂਜੀ ਹਾਂਜੀ ਰਮੇਸ਼ ਜੀ, ਮੈਨੂੰ ਬੜਾ ਚਿਰ ਤੇ ਕਲੀਅਰ ਹੀ ਨਹੀਂ ਹੋ ਰਿਹਾ ਸੀਗਾ ਬਚਪਨ ਦੇ ਵਿੱਚ ਕਿ ਮੈਂ ਕਰਨਾ ਕੀ ਹੈ। ਪਹਿਲਾਂ ਲੱਗਾ ਕਿ ਸਪੋਰਟਸ ਕਰਨਾ ਚਾਹੀਦਾ, ਬੜੇ ਸਾਰੇ ਸਪੋਰਟਸ ਐਕਟੀਵਿਟੀ 'ਚ ਪਾਰਟੀਸਪੇਟ ਕਰ ਲਿਆ, 6 ਮਹੀਨੇ ਕਿਤੇ ਲਾ ਲਏ, 1 ਸਾਲ ਕਿਤੇ ਲਾ ਲਿਆ, 2 ਮਹੀਨੇ ਕਿਤੇ ਲਾ ਲਏ। ਫਿਰ ਮੇਰੇ ਜਿਹੜੇ ਬ੍ਰਦਰ ਸੀਗੇ ਸੁਖਦੇਵਪ੍ਰੀਤ, ਉਹ ਮੇਰੇ ਪਹਿਲੇ ਗੁਰੂ ਵੀ ਨੇ ਥੀਏਟਰ ਦੇ, ਐਕਸਪਾਇਰ ਹੋ ਗਏ ਉਹ ਅੱਤਵਾਦ ਦੇ ਦਿਨਾਂ ਦੇ ਵਿੱਚ ਟਾਈਮ ਦੇ ਵਿੱਚ। ਸੋ ਉਹਨਾਂ ਨੇ ਮੇਰਾ ਸਕੂਲ ਬਦਲ ਕੇ ਨਾ ਮੈਨੂੰ ਖਾਲਸਾ ਸਕੂਲ ਪਾਇਆ ਅਤੇ ਉੱਥੇ ਸਪੋਰਟਸ ਬੜਾ ਸੀਗਾ। ਮੈਂ ਸਾਰਾ ਕੁਝ ਕਰਨ ਦੇ ਬਾਅਦ 4th ਕਲਾਸ ਦੇ ਵਿੱਚ ਇੱਕ ਵਰਕਸ਼ਾਪ ਲੱਗਣੀ ਸੀ। ਕੇਵਲ ਧਾਲੀਵਾਲ ਭਾਜੀ ਜਿਹੜੇ ਸੀਗੇ ਉਹ NSD ਤੋਂ ਪਾਸ ਆਊਟ ਹੋ ਕੇ ਆਏ ਸੀਗੇ। ਉਸ ਵਰਕਸ਼ਾਪ ਦੇ ਵਿੱਚ ਮੈਂ ਜ਼ਬਰਦਸਤੀ ਵੜ ਗਿਆ। ਮੈਨੂੰ ਪਰਮਿਸ਼ਨ ਵੀ ਨਹੀਂ ਮਿਲ ਰਹੀ ਸੀ ਮੇਰੇ ਬ੍ਰਦਰ ਵੱਲੋਂ, ਪਰ ਮੈਂ ਜ਼ਬਰਦਸਤੀ ਵੜ ਗਿਆ ਕਿ ਮੈਨੂੰ ਲੱਗਾ ਮੈਨੂੰ ਕਰਨੀ ਚਾਹੀਦੀ। ਬਸ ਉਹ ਵਰਕਸ਼ਾਪ ਸੀਗੀ ਜਿਹੜੀ ਵਰਕਸ਼ਾਪ ਨੇ ਮੈਨੂੰ ਮੇਰਾ ਅੰਦਰ ਦਿਖਾਇਆ। ਮੈਨੂੰ ਪਤਾ ਲੱਗਾ ਕਿ ਮੈਂ ਇਸ ਆਰਟ ਲਈ ਪੈਦਾ ਹੋਇਆ ਹਾਂ, ਮੈਂ ਇਹੀ ਆਰਟ ਹੈ ਮੇਰੇ ਲਈ ਇਹੀ ਜ਼ਮੀਨ ਹੈਗੀ ਆ। ਫਿਰ ਤੂੰ ਚੱਲ ਸੋ ਚੱਲ। ਫਿਰ ਸਕੂਲ ਦੇ ਵਿੱਚ ਐਕਟੀਵਿਟੀਜ਼ ਦੇ ਵਿੱਚ ਪਾਰਟੀਸਪੇਟ ਕਰਨਾ ਔਰ ਪਾਰਟੀਸਪੇਟ ਕਰਦਿਆਂ ਹੋਇਆਂ ਬੈਸਟ ਸਪੀਕਰ ਹੋਣਾ, ਬੈਸਟ ਡਾਂਸਰ ਹੋਣਾ, ਬੈਸਟ ਐਕਟਰ ਹੋਣਾ ਔਰ ਕਲਾਸ ਦਾ ਮੋਨੀਟਰ ਹੋਣਾ। ਇਸ ਵਿਧਾ ਨੇ ਜਦੋਂ ਇਹ ਵਿਧਾ ਮਤਲਬ ਮੈਂ ਇਸ ਵਿਧਾ ਤੋਂ ਵਾਕਿਫ ਹੋ ਗਿਆ, ਫਿਰ ਇਸ ਵਿਧਾ ਨੇ ਮੈਨੂੰ ਚੁੱਕ ਹੀ ਦਿੱਤਾ। ਮੈਨੂੰ ਮਤਲਬ ਉਸ ਰਾਜਿੰਦਰ ਤੋਂ ਇੰਟਰੋਡਿਊਸ ਕਰਵਾਇਆ ਜਿਹੜੇ ਰਾਜਿੰਦਰ ਨੇ ਥੀਏਟਰ 'ਚ ਕੰਮ ਕਰਨਾ ਸੀਗਾ, ਰੰਗਮੰਚ ਕੰਮ ਕਰਨਾ ਸੀਗਾ। ਔਰ ਇਹ ਕਰਦਿਆਂ ਫਿਰ ਮੈਂ ਜਿਹੜੇ ਬ੍ਰਦਰ ਦੀ ਗੱਲ ਕਰ ਰਿਹਾ, ਪਹਿਲੇ 2 ਨਾਟਕ ਮੈਂ ਸੁਖਦੇਵ ਭਾਜੀ ਦੀ ਡਾਇਰੈਕਸ਼ਨ ਦੇ ਅੰਡਰ ਹੀ ਕੀਤੇ। ਔਰ ਉਹ 2 ਨਾਟਕਾਂ ਤੋਂ ਬਾਅਦ ਮੈਂ ਜਦੋਂ +1 'ਚ ਸੀਗਾ, +1 ਦੇ ਵਿੱਚ ਉਦੋਂ ਇੱਕ ਗਰੁੱਪ ਬਣਾਉਣਾ ਪੈ ਗਿਆ ਕਿਉਂਕਿ ਅਸੀਂ ਟ੍ਰੇਨਿੰਗ ਲੈਣਾ ਚਾਹੁੰਦੇ ਸੀਗੇ ਥੀਏਟਰ ਦੇ ਵਿੱਚ ਔਰ ਇੱਕ ਵਰਕਸ਼ਾਪ ਲੱਗੀ ਹੋਈ ਸੀਗੀ ਔਰ ਉਸ ਵਰਕਸ਼ਾਪ ਦੇ ਵਿੱਚ 500 ਰੁਪਇਆ ਫੀਸ ਸੀਗੀ। ਆਪਾਂ ਫੀਸ ਨਹੀਂ ਦੇ ਪਾਏ
तो ਆਪਾਂ ਨੂੰ ਇਸ ਗੱਲ ਦੇ ਨਾ ਹਿਰਕ ਹੋ ਗਿਆ ਕਹਿ ਲਓ, ਜਾਂ ਮਤਲਬ ਗੁੱਸਾ ਆ ਗਿਆ, ਕੈਂਗਰ ਆ ਗਿਆ ਕਿ ਮੈਂ ਕਿਉਂ ਨਹੀਂ ਲਾ ਸਕਦਾ 500 रुपया मैं। तो उस टाइम ਤੇ ਅਸੀਂ 4-5 ਦੋਸਤ ਸੀਗੇ, ਅਸੀਂ 4-5 ਦੋਸਤਾਂ ਨੇ ਇਕੱਠੇ ਹੋ ਕੇ ਇੱਕ ਗਰੁੱਪ ਬਣਾਇਆ ਦਸਤਕ ਬਾਲ ਸਭਾ। ਔਰ ਇਹ ਉਹਦਾ ਮਕਸਦ ਸੀਗਾ, ਇਹ ਉਹਦਾ ਪਰਪਸ ਸੀਗਾ ਕਿ ਅਸੀਂ ਫੀਸ ਨਹੀਂ ਲਵਾਂਗੇ, ਅਸੀਂ ਫ੍ਰੀ ਆਫ ਕਾਸਟ ਜਿਹੜਾ ਆ ਉਹ ਟ੍ਰੇਨਿੰਗ ਦੇਵਾਂਗੇ। ਉਹ ਦਸਤਕ ਬਾਲ ਸਭਾ ਜਿਹੜਾ ਆ ਉਹ ਫਿਰ ਚੱਲਦਾ ਇਹ ਤੁਹਾਡੇ ਸਾਹਮਣੇ ਦਸਤਕ ਅੰਮ੍ਰਿਤਸਰ ਆ। ਔਰ ਉਸੇ ਹੀ ਟਾਈਮ ਦੇ ਵਿੱਚ +1 ਦੇ ਵਿੱਚ ਬੜੀਆਂ ਸਾਰੀਆਂ ਘਟਨਾਵਾਂ ਘਟੀਆਂ। ਉਹਨਾਂ 'ਚ ਇੱਕ ਘਟਨਾ ਇਹ ਵੀ ਘਟੀ ਵੀ ਮੇਰੇ ਜਿਹੜੇ ਬ੍ਰਦਰ ਸੀਗੇ ਐਕਸਪਾਇਰ ਹੋ ਗਏ ਹੋਏ ਸੀਗੇ, ਉਹਨਾਂ ਦੇ ਪੇਪਰਸ ਪਏ ਹੋਏ ਸੀਗੇ, ਬੜੇ ਸਾਰੇ ਪੁਰਾਣੇ ਪੇਪਰਸ ਪਏ ਸੀਗੇ। ਉਹ ਪੇਪਰ ਐਵੇਂ ਇੱਕ ਦਿਨ ਮੈਂ ਜਾ ਕੇ ਉਸ ਬੈਠਕ ਦੇ ਵਿੱਚ ਕਮਰੇ ਦੇ ਵਿੱਚ ਛਾਂਟ ਰਿਹਾ ਸੀਗਾ, ਔਰ ਉਹਨਾਂ ਪੇਪਰਸ ਦੇ ਵਿੱਚ ਮੈਨੂੰ ਐਡਮਿਸ਼ਨ ਮੇਰੇ ਬ੍ਰਦਰ ਨੇ ਅਪਲਾਈ ਕੀਤਾ ਸੀਗਾ ਨੈਸ਼ਨਲ ਸਕੂਲ ਆਫ ਡਰਾਮਾ ਲਈ। ਕੇਵਲ ਭਾਜੀ ਦਾ ਹੋ ਗਿਆ, ਇਹਨਾਂ ਦਾ ਨਹੀਂ ਹੋਇਆ। ਔਰ ਉਹ ਪੇਪਰਸ ਨੇ ਪਤਾ ਨਹੀਂ ਮੈਨੂੰ ਕੀ ਕਿਹਾ, ਕੀ ਮੇਰਾ ਪੇਪਰਸ ਨਾਲ ਮਤਲਬ ਕਨੈਕਸ਼ਨ ਬਣਿਆ। ਮੈਨੂੰ ਇਹ ਲੱਗਾ ਕਿ ਮੈਂ ਇਹੀ ਕਰਨਾ ਹੈ। ਇਹ ਉਹ ਇੰਸਟੀਟਿਊਟ ਹੈ ਜਿੱਥੇ ਮੈਂ ਪਹੁੰਚਣਾ ਹੈ। ਉੱਥੇ ਓਮਪੁਰੀ ਦੀ ਤਸਵੀਰ, ਇਹਨਾਂ ਦੀ ਨਸੀਰੁਦੀਨ ਸ਼ਾਹ ਦੀ ਤਸਵੀਰ, ਇਹਨਾਂ ਸਾਰਿਆਂ ਦੀਆਂ ਤਸਵੀਰਾਂ। ਸੋ ਉਹ ਸੁਪਨਾ ਹੀ ਬਣ ਗਿਆ ਕਿ ਉਹ ਮੈਂ ਕਰਨਾ ਹੈ। ਔਰ ਮੇਰੇ ਬ੍ਰਦਰ ਦਾ ਸੁਪਨਾ ਸੀਗਾ, ਉਹ ਸੁਪਨਾ ਮੇਰੇ 'ਚ ਕਨਵਰਟ ਹੋ ਗਿਆ, ਮੈਨੂੰ ਇੱਦਾਂ ਲੱਗਦਾ ਹੈ। ਔਰ ਉਹ ਮੈਂ ਕੀਤਾ। ਔਰ ਉਹ ਕਰਨ ਤੋਂ ਬਾਅਦ ਵੀ ਇਹ ਨਹੀਂ ਹੈ ਕਿ ਮੈਂ, ਕਿਉਂਕਿ ਮੇਰੇ ਕੋਲ 2 ਆਪਸ਼ਨ ਸੀਗੀਆਂ। ਇੱਕ ਆਪਸ਼ਨ ਇਹ ਸੀਗੀ ਕਿ ਮੈਂ ਮੁੰਬਈ ਚਲ ਜਾ ਆਪਣੇ ਦੋਸਤਾਂ ਦੇ ਨਾਲ। ਔਰ ਵੈਸੇ ਵੀ ਮੈਨੂੰ ਜਿਹੜੇ ਪੜ੍ਹਾਉਣ ਵਾਲੇ ਟੀਚਰ ਸੀਗੇ ਉਹਨਾਂ ਨੂੰ ਇਹੀ ਲੱਗਦਾ ਸੀਗਾ ਕਿ ਬਾਲੀਵੁੱਡ ਮਟੀਰੀਅਲ ਹੈਗਾ, ਇਹਦੀ ਸ਼ਕਲ ਇਹਦੀ ਪਰਸਨੈਲਿਟੀ ਠੀਕ ਹੈਗੀ ਹੈ, ਇਹਨੇ ਬਾਲੀਵੁੱਡ ਹੀ ਜਾਣਾ ਹੈਗਾ। ਦੂਸਰੀ ਮੇਰੇ ਕੋਲ ਆਪਸ਼ਨ ਸੀ ਕਿ ਮੈਂ ਵਾਪਸ ਆ ਕੇ ਕੰਮ ਕਰਾਂ। ਔਰ ਵਾਪਸ ਆ ਕੇ ਕੰਮ ਕਰਨ ਦੇ ਵਿੱਚ ਇਹ ਵੀ ਸੀਗਾ ਕਿ ਮੇਰੀ ਜੀਵਨ ਸਾਥਣ ਜਿਹੜੀ ਸੀਗੀ ਅਮਿਤਾ ਸ਼ਰਮਾ, ਉਹ ਇੱਥੇ ਸੀਗੀ, ਉਹਨਾਂ ਦੀ ਸਟੱਡੀ ਚੱਲ ਰਹੀ ਸੀਗੀ, ਉਹਨਾਂ ਦੀ ਡਿਗਰੀ ਚੱਲ ਰਹੀ ਸੀਗੀ, ਉਹ ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ। ਸੋ ਬੀਟੈਕ ਕਰ ਰਹੇ ਸੀਗੇ। ਬੀਟੈਕ ਦੇ ਵਿੱਚ ਮੈਂ ਵਾਪਸ ਇੱਥੇ ਆਉਣਾ ਹੀ ਸੀਗਾ। ਮੈਨੂੰ ਪਤਾ ਹੀ ਸੀਗਾ ਕਿ ਮੈਂ ਇੱਕ ਮੇਰਾ ਕਾਰਨ ਸੀਗਾ, ਬਟ ਉਹਦੇ ਨਾਲ ਇਹ ਵੀ ਜੁੜ ਗਿਆ ਕਿ ਫਿਰ ਮੈਨੂੰ 1-2 ਸਾਲ ਬਾਅਦ ਪਤਾ ਲੱਗਾ ਕਿ ਮੈਂ ਇੱਥੇ ਹੀ ਕੰਮ ਕਰਨਾ ਹੈ, ਮੇਰੀ ਇਹੀ ਜ਼ਮੀਨ ਹੈ, ਮੈਂ ਇੱਥੇ ਕੰਮ ਕਰਨਾ ਹੈ। ਔਰ ਕੇਵਲ ਭਾਜੀ ਦਾ ਤੇ ਮੇਰਾ 14-15 ਸਾਲ ਦਾ ਗੈਪ ਹੈਗਾ। ਅੰਮ੍ਰਿਤਸਰ ਤੋਂ NSD 'ਚ ਕੇਵਲ ਭਾਜੀ ਜਾਂਦੇ ਆ 89 'ਚ, ਔਰ ਉਸ ਤੋਂ ਬਾਅਦ ਮੈਂ ਜਾਣਾ ਹੈਗਾ 2003 ਦੇ ਵਿੱਚ। ਇਹ ਵੀ ਇੱਕ ਹਿਰਕ ਲੱਗ ਗਿਆ ਕਿ ਯਾਰ ਇੰਨਾ ਗੈਪ ਕਿਉਂ। ਹਰ ਸਟੇਟ ਦੇ ਵਿੱਚ NSD ਦੇ ਵਿੱਚ ਹਰ ਮਤਲਬ ਸਾਲ 2-3 ਜਣੇ ਆਏ ਹੁੰਦੇ ਆ, ਸਾਡੇ ਪੰਜਾਬ ਦੇ ਵਿੱਚੋਂ ਇੰਨਾ ਗੈਪ ਕਿਉਂ ਹੈ। ਤਾਂ ਮੈਨੂੰ ਲੱਗਾ ਟ੍ਰੇਨਿੰਗ ਪ੍ਰੋਬਲਮ ਹੈ, ਟ੍ਰੇਨਿੰਗ ਨਹੀਂ ਹੈਗੀ ਇੱਥੇ, ਪ੍ਰੋਪਰ ਬੱਚਿਆਂ ਨੂੰ ਦੱਸਿਆ ਨਹੀਂ ਜਾਂਦਾ, ਪ੍ਰੋਪਰ ਬੱਚਿਆਂ ਨੂੰ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ। ਤਾਂ ਮੈਨੂੰ ਲੱਗਾ ਮੇਰਾ ਇਹੀ ਕੰਮ ਹੈਗਾ, ਮੈਂ ਐਜੂਕੇਸ਼ਨ ਨਹੀਂ ਦਿੰਦਾ ਹੈ, ਮੈਂ ਜੋ ਸਿੱਖਿਆ ਹੈ ਮੈਂ ਉਹ ਬੱਚਿਆਂ ਨੂੰ ਵੰਡਦਾ ਹਾਂ। ਸੋ ਉਹ ਦਸਤਕ ਵੰਡਦਿਆਂ ਦਸਤਕ ਬਾਲ ਸਭਾ ਜਿਹੜੀ ਹੈ ਉਹ ਥੋੜ੍ਹੀ ਯੰਗ ਹੋ ਗਈ, ਔਰ ਦਸਤਕ ਅੰਮ੍ਰਿਤਸਰ, ਦਸਤਕ ਥੀਏਟਰ ਅੰਮ੍ਰਿਤਸਰ ਕਨਵਰਟ ਹੋ ਗਈ। ਨੈਸ਼ਨਲ ਸਕੂਲ ਆਫ ਡਰਾਮਾ ਦੇ ਬੜੇ ਸਾਰੇ ਅਸੀਂ ਇੱਥੇ ਵਰਕਸ਼ਾਪ ਲਾਏ, 4 ਵਰਕਸ਼ਾਪ ਅਸੀਂ ਕੀਤੇ ਇੱਥੇ ਪੰਜਾਬ ਦੇ ਵਿੱਚ। ਔਰ ਉਹਦਾ ਨਤੀਜਾ ਇਹ ਨਿਕਲਿਆ ਕਿ 2000 ਮੈਂ 6 'ਚ ਪਾਸ ਆਊਟ ਹੋ ਕੇ ਆਇਆ, 7, 8, 9 3 ਸਾਲ ਮੈਂ ਇੱਥੇ ਕੰਮ ਕੀਤਾ ਆ ਕੇ। ਔਰ 10 ਦੇ ਵਿੱਚ ਸਾਡੀ ਪਹਿਲੀ ਐਡਮਿਸ਼ਨ ਜਿਹੜੀ ਹੈ ਫਸਟ ਅਟੈਂਪਟ, ਮੈਂ 3 ਅਟੈਂਪਟ 'ਚੋਂ ਹੈ, ਬਟ ਅਮਿਤਾ ਜਿਹੜੇ ਮੇਰੇ ਮਿਸਿਸ ਨੇ ਔਰ ਜਿਹੜੇ ਇਸ ਦਸਤਕ ਦੇ ਚੇਅਰਪਰਸਨ ਵੀ ਨੇ, ਫਸਟ ਅਟੈਂਪਟ 'ਚ ਉਹਨਾਂ ਦੀ ਐਡਮਿਸ਼ਨ ਹੁੰਦੀ ਹੈ। ਮੇਰੇ ਕੋਲ ਇਸ ਤੋਂ ਵੱਡੀ ਖੁਸ਼ੀ ਕੋਈ ਸੀਗੀ ਨਹੀਂ ਕਿ ਮੈਨੂੰ 3 ਅਟੈਂਪਟ ਲੱਗੇ, ਬਟ ਮੇਰਾ ਇੱਕ ਸਟੂਡੈਂਟ, ਮੇਰਾ ਇੱਕ ਮਤਲਬ ਸਾਥੀ ਜਿਹੜਾ ਆ ਉਹ ਫਸਟ ਅਟੈਂਪਟ 'ਚ ਹੋ ਗਿਆ। ਔਰ ਫਿਰ ਉਸ ਤੋਂ ਬਾਅਦ ਚੱਲ ਫਿਰ ਇੱਕ ਤੋਂ ਅੰਮ੍ਰਿਤਸਰ ਤੋਂ ਵਿਪਿਨ ਗਿਆ, ਫਿਰ ਮਨਦੀਪ ਗਿਆ, ਫਿਰ ਸੰਨੀ, ਉਹਦਾ ਵੀ ਫਸਟ ਅਟੈਂਪਟ ਗਿਆ, ਸੁਖਵਿੰਦਰ ਸੰਨੀ ਦਾ। ਸੋ ਇੱਦਾਂ ਕਰਾ ਕੇ ਮੈਨੂੰ ਲੱਗਦਾ ਹੈ ਕਿ ਅਸੀਂ ਇਹ ਨੈਸ਼ਨਲ ਸਕੂਲ ਆਫ ਡਰਾਮਾ ਦਾ ਇਸ ਤਰੀਕੇ ਨਾਲ ਸਫ਼ਰ ਕੰਪਲੀਟ ਕੀਤਾ। ਹੁਣ ਵੀ ਅਸੀਂ ਜਿਹੜੇ ਲੱਗੇ ਹੋਏ ਹਾਂ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਹੋਵੇ। ਉਹਨਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਜਾਣਾ ਹੈ, ਉਹਨਾਂ ਨੇ MA ਕਰਨੀ ਹੈ, ਕੀ ਕਰਨੀ ਹੈ, ਬਾਅਦ ਦੀਆਂ ਗੱਲਾਂ ਹੈ। ਪਰ ਪਹਿਲੀ ਗੱਲ ਇਹ ਹੈ ਕਿ ਉਹਨਾਂ ਨੂੰ ਐਗਜ਼ੈਕਟਲੀ ਪਤਾ ਤਾਂ ਹੋਵੇ ਕਿ ਥੀਏਟਰ ਹੈ ਕੀ ਹੈ, ਔਰ ਥੀਏਟਰ 'ਚ ਕੀ ਪੋਸੀਬਿਲਿਟੀਜ਼ ਨੇ, ਕੀ ਸੰਭਾਵਨਾਵਾਂ ਨੇ। ਤੁਸੀਂ ਦਸਤਕ ਥੀਏਟਰ ਅੰਮ੍ਰਿਤਸਰ ਦੇ ਵਿੱਚ ਹੁਣ ਤੱਕ ਕਿੰਨੇ ਕੁ ਜਿਹੜੇ ਪਲੇ ਉਹ ਕਰਵਾ ਚੁੱਕੇ ਹੋ, ਜਾਂ ਕਿੰਨੇ ਕੁ ਜਿਹੜੇ ਪਲੇ ਆ ਉਹ ਦਰਸ਼ਕਾਂ ਦੇ ਰੂਬਰੂ ਕਰਕੇ ਤੇ ਕਿੰਨਾ ਕੁ ਹੰਗਾਰਾ ਲਿਆ? ਮੇਰੇ ਖਿਆਲ ਨਾਲ ਮੈਂ ਇੱਦਾਂ ਅੰਦਾਜ਼ਾ ਲਾ ਸਕਦਾ ਹੈਗਾ
पर अदरवाइज़ ਅਸੀਂ ਕਦੀ ਇੱਦਾਂ ਮਿੱਥਿਆ ਹੀ ਨਹੀਂ, ਇਹਦੀ ਗਿਣਤੀ ਵੀ ਨਹੀਂ ਕੀਤੀ ਕਦੀ ਕਿ ਗਿਣਤੀ ਕਰ ਲਈਏ ਵੀ ਕਿੰਨੇ ਨਾਟਕ ਕਰ ਲਏ। ਪਰ ਮੈਨੂੰ ਲੱਗਦਾ ਹੈ ਕਿ 80-90 ਤੇ ਮੇਰੇ ਖਿਆਲ ਨਾਲ ਅਸੀਂ ਕਰ ਹੀ ਚੁੱਕੇ ਹੋਵਾਂਗੇ, ਅਲੱਗ-ਅਲੱਗ ਨਾਟਕ, ਅਲੱਗ-ਅਲੱਗ ਰਾਈਟਰਸ, ਅਲੱਗ-ਅਲੱਗ ਡਾਇਰੈਕਟਰਸ ਦੇ। ਔਰ ਵਰਕਸ਼ਾਪਾਂ ਵੀ ਮੇਰੇ ਖਿਆਲ ਨਾਲ 70 ਕੁ ਦੇ ਲਾਗੇ ਚੱਗੇ ਅਸੀਂ ਵਰਕਸ਼ਾਪਸ ਕੀਤੀਆਂ ਹੈਗੀਆਂ ਅੰਮ੍ਰਿਤਸਰ ਦੇ ਵਿੱਚ, ਅੰਮ੍ਰਿਤਸਰ ਤੋਂ ਬਾਹਰ ਦਿੱਲੀ, ਜਲੰਧਰ, ਲੁਧਿਆਣਾ, ਇਸ ਚੰਡੀਗੜ੍ਹ ਦੀ ਸਾਈਡ 'ਤੇ। ਸੋ ਹੁੰਗਾਰਾ ਜਿਹੜਾ ਆ, ਹੁੰਗਾਰੇ ਦੇ ਮਾਮਲੇ 'ਚ ਤਾਂ ਇਹ ਹੈ ਕਿ ਜਿੰਨਾ ਚਿਰ ਤੋਂ ਅਸੀਂ ਸ਼ੁਰੂ 'ਚ ਜਦੋਂ ਮੈਂ ਆਇਆ 2008 ਦੇ ਵਿੱਚ ਅਸੀਂ ਇੱਕ ਪਲੇ ਕੀਤਾ ਸੀਗਾ, 7 ਦੇ ਵਿੱਚ ਇੱਕ ਪਲੇ ਕੀਤਾ ਸੀਗਾ ਇਹਨਾਂ ਦੇ ਨਾਲ, ਗੌਰਮੈਂਟ ਕਾਲਜ ਦੀਆਂ ਕੁੜੀਆਂ ਦੇ ਨਾਲ, ਗੌਰਮੈਂਟ ਕਾਲਜ ਦੀ ਹਿਸਟਰੀ ਨੂੰ ਲੈ ਕੇ। ਉਹ ਨਾਟਕ ਦੇਖਣ ਕੀਰਤੀ ਜੈਨ ਮੈਮ ਆਏ, ਸਾਡੇ ਜਿਹੜੇ ਟੀਚਰ ਸੀਗੇ। ਉਹ ਕੀਰਤੀ ਜੈਨ ਮੈਮ ਨੇ ਮੇਰਾ ਕੰਮ ਦੇਖਿਆ। ਉਹ ਕੋਇਨਸੀਡੈਂਟਲੀ ਮੈਂ ਉਹਨਾਂ ਨੂੰ ਮਤਲਬ ਉਹ ਇੱਥੇ ਆ ਰਹੇ ਸੀਗੇ, ਨੈਸ਼ਨਲ ਸਕੂਲ ਆਫ ਡਰਾਮਾ ਦੀ ਵਰਕਸ਼ਾਪ ਲੱਗੀ ਹੋਈ ਕੇਵਲ ਭਾਈ ਦੀ BBKD ਵਿੱਚ। ਉਹ ਆ ਰਹੇ ਸੀਗੇ ਅਤੇ ਉਹਨਾਂ ਨੂੰ ਪਤਾ ਲੱਗਾ ਉਹ ਆ ਰਹੇ ਆ। ਮੈਂ ਗੱਲ ਕੀਤੀ ਫ਼ੋਨ 'ਤੇ ਕਿ ਮੈਮ ਤੁਸੀਂ ਆ ਰਹੇ ਹੋ? ਕਹਿੰਦੇ ਮੈਂ ਆ ਰਹੀ ਹਾਂ। ਮੈਂ ਕਿਹਾ ਮੈਮ ਤੁਸੀਂ ਮੇਰੇ ਵੀ ਮਤਲਬ ਮੇਰਾ ਸ਼ੋਅ ਹੈਗਾ, ਮੈਂ ਵੀ ਇੱਕ ਵਰਕਸ਼ਾਪ ਕੀਤੀ ਹੋਈ ਹੈ। ਉਹ ਸ਼ੋਅ ਦੇਖਣ ਤੋਂ ਬਾਅਦ ਮੈਮ ਨੇ ਕਿਹਾ ਕਿ ਰਾਜਿੰਦਰ ਯੂ ਆਰ ਡੂਇੰਗ ਗੁੱਡ ਵਰਕ। ਮੈਂ ਮਤਲਬ ਇਮੈਜਿਨ ਨਹੀਂ ਕਰ ਸਕਦੀ ਸੀਗੀ ਕਿ ਤੂੰ ਮਤਲਬ ਇੰਨਾ ਖੂਬਸੂਰਤ ਕੰਮ ਕਰ ਰਿਹਾ ਹੈ, ਤਾਂ ਤੂੰ ਇੱਦਾਂ ਕਰਕੇ ਤੂੰ ਨੈਸ਼ਨਲ ਸਕੂਲ ਆਫ ਡਰਾਮਾ ਨਾਲ ਗੱਲ ਕਰ, ਇਹਨੂੰ ਕੰਟੀਨਿਊ ਕਰ। ਉਸ ਹੁੰਗਾਰੇ ਨੇ, ਉਸ ਮਤਲਬ ਪੁਸ਼ ਨੇ ਮੈਨੂੰ ਐਸਾ ਅੱਗੇ ਵਧਾਇਆ ਕਿ ਫਿਰ ਅਗਲੇ ਸਾਲ ਹੀ ਮਤਲਬ ਅਸੀਂ ਨੈਸ਼ਨਲ ਸਕੂਲ ਆਫ ਡਰਾਮਾ ਨਾਲ ਕੋਲੈਬੋਰੇਟ ਕਰਕੇ ਵਰਕਸ਼ਾਪ ਕੀਤੀ। ਉਹਦਾ ਪਲੇ ਇੰਨਾ ਵਧੀਆ, ਇੰਨਾ ਖੂਬਸੂਰਤ ਬਣਿਆ, ਇਸ਼ਕ ਸੂ ਜੱਗ ਦਾ ਮੂਲ। ਉਹਨੂੰ ਲਗਭਗ ਮਤਲਬ ਇੰਡੀਆ ਦੇ ਜਿਹੜੇ ਮੋਸਟ ਆਫ ਦ ਇੰਪੋਰਟੈਂਟ ਫੈਸਟੀਵਲਸ ਨੇ, ਥੀਏਟਰ ਫੈਸਟੀਵਲਸ ਨੇ, ਉਹਨਾਂ 'ਚ ਉਹਨਾਂ ਨੂੰ ਜਗ੍ਹਾ, ਉਸ ਪਲੇ ਨੂੰ ਜਗ੍ਹਾ ਮਿਲੀ। ਮੁੰਬਈ ਕੀਤਾ ਅਸੀਂ ਉਹਨੂੰ, ਔਰ ਭਾਰੰਗਮ 'ਚ ਕੀਤਾ ਅਸੀਂ ਉਹਨੂੰ। ਸੋ ਉਸ ਤੋਂ ਬਾਅਦ ਤੇ ਸ਼ਾਬਾਸ਼ ਜਿਹੜੀ ਆ ਉਹ ਮਤਲਬ ਹੁੰਦੀ ਰਹੀ, ਸ਼ਾਬਾਸ਼ ਮਿਲਦੀ ਰਹੀ। ਉਸ ਸ਼ਾਬਾਸ਼ ਦਾ ਨਤੀਜਾ ਇਹ ਨਿਕਲਦਾ ਰਿਹਾ ਕਿ ਅਸੀਂ ਲਗਾਤਾਰ ਹੀ ਕੰਮ ਕਰਦੇ ਰਹੇ, ਟ੍ਰੇਨਿੰਗ ਦੇ ਵਿੱਚ ਔਰ ਪਰਫਾਰਮੈਂਸਿਸ ਦੇ ਵਿੱਚ ਵੀ। ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਦੇ ਉਹਨਾਂ ਗੁਰੂਆਂ ਦੇ ਜ਼ਰੂਰ ਨਾਂ ਦੱਸੋ ਜਿਨ੍ਹਾਂ ਦੇ ਕੋਲੋਂ ਤੁਸੀਂ ਗਿਆਨ ਲਿਆ। ਮੇਰੀ ਖੁਸ਼ਕਿਸਮਤੀ ਆ ਕਿ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਦੇ ਵਿੱਚ ਉਹਨਾਂ ਮਹਾਨ ਲੋਕਾਂ ਨਾਲ ਕੰਮ ਕੀਤਾ, ਜਿਨ੍ਹਾਂ ਮਹਾਨ ਲੋਕਾਂ ਨਾਲ ਬਹੁਤ ਸਾਰੇ ਮਹਾਨ ਕਲਾਕਾਰਾਂ ਨੇ ਔਰ ਥੀਏਟਰ ਪਰਸਨੈਲਿਟੀਜ਼ ਨੇ ਕੰਮ ਕੀਤਾ ਹੈ। ਸਭ ਤੋਂ ਪਹਿਲਾਂ ਤਾਂ ਮੈਂ ਨਾਮ ਲਵਾਂਗਾ ਦਵਿੰਦਰ ਰਾਜ ਅੰਕੁਰ ਜੀ ਦਾ, ਕਿਉਂਕਿ ਉਸ ਸਮੇਂ ਡਾਇਰੈਕਟਰ ਸੀਗੇ। ਔਰ ਉਸ ਤੋਂ ਬਾਅਦ ਫਿਰ ਦਿਨੇਸ਼ ਖੰਨਾ ਨੇ ਐਕਟਿੰਗ ਨੂੰ ਲੈ ਕੇ ਮੇਰੇ ਨਾਲ ਕਾਫੀ ਸਾਰਾ ਕੁਝ, NSD ਤੋਂ ਪਹਿਲਾਂ ਹੀ ਉਹਨਾਂ ਨੇ ਵਰਕਸ਼ਾਪਸ ਕੀਤੀਆਂ ਮੇਰੇ ਨਾਲ 1-2। ਔਰ ਉਸ ਤੋਂ ਵੀ ਪਹਿਲਾਂ ਜਿਹੜੇ ਕਨਹਾਈ ਲਾਲ ਅਤੇ ਸਾਵਿਤਰੀ ਦੇਵੀ ਸੀਗੇ, ਉਹਨਾਂ ਨੇ ਪਹਿਲੀ ਵਾਰੀ ਮੈਨੂੰ ਮਤਲਬ ਦੇਖ ਕੇ ਮੈਨੂੰ ਇਹ ਕਿਹਾ ਕਿ ਤੇਰੀ ਜਗ੍ਹਾ ਇਹ ਨਹੀਂ ਹੈਗੀ। ਉਹ ਪਹਿਲੇ ਗੁਰੂ ਸੀਗੇ ਮੇਰੇ, ਜਿਨ੍ਹਾਂ ਨੇ ਮੈਨੂੰ ਸਾਫ਼-ਸਾਫ਼ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਤੇਰੀ ਇਹ ਜਗ੍ਹਾ ਨਹੀਂ ਹੈਗੀ, ਤੇਰੀ ਇਸ ਵੇਲੇ ਟ੍ਰੇਨਿੰਗ ਦੀ ਉਮਰ ਆ, ਔਰ ਤੈਨੂੰ ਟ੍ਰੇਨਿੰਗ ਵੀ ਜਿਹੜੀ ਹੈ, ਜੋ ਤੇਰਾ ਟੈਲੈਂਟ ਹੈਗਾ ਆ, ਤੈਨੂੰ ਕਿਸੇ ਵੱਡੀ ਇੰਸਟੀਟਿਊਟ ਤੋਂ ਟ੍ਰੇਨਿੰਗ ਲੈਣੀ ਚਾਹੀਦੀ ਆ। ਔਰ ਉਹ ਇੰਸਟੀਟਿਊਟ ਹੈਗੀ ਆ ਨੈਸ਼ਨਲ ਸਕੂਲ ਆਫ ਡਰਾਮਾ। ਤੂੰ ਨੈਸ਼ਨਲ ਸਕੂਲ ਆਫ ਡਰਾਮਾ ਜਾ। ਇੱਦਾਂ ਦੇ ਗੁਰੂ ਜਿਹੜੇ ਉਸ ਤੋਂ ਪਹਿਲਾਂ ਮਿਲੇ, ਉਹਨਾਂ ਨੇ ਮੈਨੂੰ ਇਨਕਰੇਜ ਕੀਤਾ। ਔਰ ਨੈਸ਼ਨਲ ਸਕੂਲ ਆਫ ਡਰਾਮਾ 'ਚ ਜਾ ਕੇ ਤਾਂ ਮੇਰੇ ਕੋਲ ਭੰਡਾਰ ਸੀਗਾ ਥੀਏਟਰ ਦੇ ਗੁਰੂਆਂ ਦਾ, ਥੀਏਟਰ ਦੇ ਐਕਸਪਰਟਸ ਦਾ। ਕੀਰਤੀ ਜੈਨ ਮੈਮ, ਉਹਨਾਂ ਨੇ ਬੜਾ ਸਾਰਾ ਮੇਰਾ ਇੰਟਲੈਕਟ ਜਿਹੜਾ ਸੀਗਾ, ਮੇਰੀ ਬੁੱਧੀ ਜਿਹੜੀ ਸੀਗੀ, ਉਹਨੂੰ ਇੰਪਰੂਵ ਕਰਨਾ, ਗਰੋ ਕਰਨਾ, ਬੜਾ ਪੜ੍ਹਾਇਆ। ਰਾਜਿੰਦਰਨ ਜੀ, ਉਹਨਾਂ ਨੇ ਵੀ ਬੜਾ ਹੈਲਪ ਕੀਤਾ। ਬਟ ਐਕਟਿੰਗ ਦੇ ਮਸਲੇ 'ਚ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਦਿਨੇਸ਼ ਖੰਨਾ ਔਰ अब्दुल लतीफ़ खटाना सर और अनुराधा मैम स्पेशली, और दविंदर राज अंकुर, अभिलाष पिल्ले, बड़े सारे डायरैक्टर्स ने, रॉयस्टन एबल ने, उन्होंने साडे नाल काम किया। राम गोपाल बजाज जी नाल मैं काम करने का मौका मिला मैनू, और मोहन महारिषि जी नाल काम करने का मौका मिला, संजय उपाध्याय जी नाल काम करने का मौका मिला। और मेरी खुशकिस्मती कि मैनू म्यूजिकली भास्कर चंद्रवर्कर जी 3 साल साडे नाल काम किया उन्होंने, भास्कर चंद्रवर्कर जी। और उन्होंने जिहड़ियां म्यूजिक दे मतलब जिहड़ियां चीज़ां मैनू कवर करवाइयां, जिहड़ियां समझाइयां, उदों तो मैनू नहीं समझ लगियां। बट अज दी डेट जो मैं उन्होंने नोट्स कढ़ के पढ़दा है तो मैनू पता लगता है कि मेरे अंदर जो म्यूजिक का कुछ बहुत उमदा हैगा है तो जस्ट बिकॉज ऑफ भास्कर चंद्रवर्कर जी हैगा। और उन्होंने तो इलावा भी मूवमेंट के मसले साडे नाल कलरी पैटुली, गोपी सर आए, और शस्त्राचार्य आए, छाउली।
ਸੋ ਬਹੁਤ ਸਾਰੇ ਟੀਚਰਸ ਨੇ ਜਿਨ੍ਹਾਂ ਤੋਂ ਮੈਂ ਸਿੱਖਿਆ ਨੈਸ਼ਨਲ ਸਕੂਲ ਆਫ ਡਰਾਮਾ 'ਚ ਰਹਿੰਦੇ ਹੋਏ ਹਾਂ। ਔਰ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਪਹਿਲਾਂ ਵੀ ਜਿਵੇਂ MK ਰੈਣਾ ਜੀ ਨਾਲ ਮੈਂ ਪਹਿਲੀ ਵਾਰੀ ਮਿਲਿਆ, ਤਾਂ ਉਹਨਾਂ ਦੀ ਵੀ ਜਿਹੜੀ ਨਜ਼ਰ ਸੀਗੀ ਬਹੁਤ ਤੇਜ਼ ਸੀਗੀ। ਤਾਂ ਪਹਿਲੀਆਂ ਮੇਰੀਆਂ 1-2 ਪ੍ਰੋਡਕਸ਼ਨ ਦੇ ਵਿੱਚ MK ਰੈਣਾ ਜੀ ਨੇ ਮੈਨੂੰ ਮਤਲਬ ਕਹਿ ਦਿੱਤਾ ਸੀਗਾ ਕਿ ਤੂੰ ਠੀਕ ਮੁੰਡਾ ਹੈਗਾ, ਚੰਗਾ ਕੰਮ ਕਰ ਰਿਹਾ, ਤੇਰਾ ਵੀ ਜਿਹੜੀ ਜਗ੍ਹਾ ਹੈ ਉਹ ਨੈਸ਼ਨਲ ਸਕੂਲ ਆਫ ਡਰਾਮਾ 'ਚ ਬਣਦੀ ਹੈਗੀ। ਇਹ ਜਿਹੜੀ ਥੀਏਟਰ ਵਰਕਸ਼ਾਪ ਚੱਲਦੀ ਪਈ ਆ ਬੜੀ ਅਹਿਮ ਵਰਕਸ਼ਾਪ ਆ, ਔਰ ਡਾਇਰੈਕਟਰ ਰਜਿੰਦਰ ਜੀ ਦੇ ਨਾਲ ਗੱਲ ਕਰਦੇ ਆ ਕਿ ਵਿਦਿਆਰਥੀਆਂ ਨੂੰ ਕਲਾ ਗਿਆਨ ਵੰਡਣ ਦੇ ਲਈ ਕਿਹੜੇ ਮਹਾਰਥੀ ਇੱਥੇ ਪਹੁੰਚ ਰਹੇ ਆ। ਰਮੇਸ਼ ਰਾਮਪੁਰਾ ਜੀ, ਦੇਖੋ ਮੇਰੀ ਪਰਸਨਲ ਜਿਹੜੀ ਕਹਿ ਲਓ ਇੱਛਾ ਇਹ ਹੈ ਕਿ ਔਰ ਹੈਗੀ ਹੈ ਕਿ ਇਹਨਾਂ ਬੱਚਿਆਂ ਨੂੰ ਜਿਹੜੇ ਥੀਏਟਰ ਤੋਂ ਜਸਟ ਵਾਬਸਤਾ ਹੋਣ ਵਾਲੇ ਨੇ, ਜਿਹੜੇ ਬਿਲਕੁਲ ਫਰੈਸ਼ਰ ਨੇ, ਇਹਨਾਂ ਨੂੰ ਵਧੀਆ ਤੋਂ ਵਧੀਆ ਟੀਚਰਸ ਮਿਲਣੇ ਚਾਹੀਦੇ ਹੈਗੇ। ਔਰ ਨੈਸ਼ਨਲ ਸਕੂਲ ਆਫ ਡਰਾਮਾ ਦੀ ਵਰਕਸ਼ਾਪ ਹੋਣ ਕਰਕੇ ਜਿਹੜਾ ਆ ਉਹ ਹੋਰ ਜ਼ਿਆਦਾ ਸੰਭਾਵਨਾ ਵੱਧ ਜਾਂਦੀ ਹੈ, ਬਿਕੋਜ਼ ਨੈਸ਼ਨਲ ਸਕੂਲ ਆਫ ਡਰਾਮਾ ਦੀ ਆਪਣੀ ਫੈਕਲਟੀ ਜਿੱਥੋਂ ਅਸੀਂ ਪੜ੍ਹੇ ਹਾਂ, ਜਿਨ੍ਹਾਂ ਨੇ ਸਾਨੂੰ ਸਿਖਾਇਆ ਹੈ, ਪੜ੍ਹਾਇਆ ਹੈ, ਉਹ ਸਾਡੇ ਕੋਲ ਮੌਜੂਦ ਨੇ ਨੈਸ਼ਨਲ ਸਕੂਲ ਆਫ ਡਰਾਮਾ ਦਾ ਨਾਂ ਜੁੜਨ ਕਰਕੇ। ਸੋ ਉਹਦੇ ਵਿੱਚ ਅਸੀਂ ਪਹਿਲਾਂ ਤੋਂ ਜਿਹੜੀ ਮਾਰਨਿੰਗ ਕਲਾਸ ਅਸੀਂ ਇਹਨਾਂ ਦਿਨਾਂ 'ਚ 20 ਤਰੀਕ ਤੱਕ ਰੱਖੀ ਸੀਗੀ। ਸਾਨੂੰ ਲੱਗਦਾ ਸੀਗਾ ਕਿ ਮਾਰਸ਼ਲ ਆਰਟ ਸਾਰੇ ਤਰੀਕੇ ਦੇ ਕਰਵਾਏ ਗਏ, ਸਾਨੂੰ ਕਲਰੀ ਪਾਈਟੋ ਵੀ ਕਰਵਾਇਆ ਗਿਆ, ਸਾਨੂੰ ਛਾਊ ਵੀ ਕਰਵਾਇਆ ਗਿਆ, ਕੁੜੀਅੱਟਮ ਵੀ ਕਰਵਾਇਆ ਗਿਆ। ਪਰ ਮੈਨੂੰ ਲੱਗਦਾ ਸੀਗਾ ਕਿ ਪੰਜਾਬ 'ਚ ਹੁੰਦਿਆਂ ਹੋਇਆਂ ਜੇ ਅਸੀਂ ਆਪਣੇ ਮਾਰਸ਼ਲ ਆਰਟ ਦੀ ਗੱਲ ਨਾ ਕਰੀਏ, ਆਪਣੇ ਮਾਰਸ਼ਲ ਆਰਟ ਤੋਂ ਇਹਨਾਂ ਨੂੰ ਵਾਕਿਫ ਨਾ ਕਰਵਾਈਏ ਤਾਂ ਉਹ ਗਲਤ ਹੋਊਗਾ। ਸੋ ਮੈਂ ਸਪੈਸ਼ਲ ਇੱਕ ਪਰਮਿਸ਼ਨ ਲੈ ਲਈ ਨੈਸ਼ਨਲ ਸਕੂਲ ਆਫ ਡਰਾਮਾ ਕੋਲੋਂ ਕਿ ਦੇਖੋ ਮੈਂ ਇਹਨਾਂ ਬੱਚਿਆਂ ਨੂੰ ਗੱਤਕੇ ਤੋਂ ਵਾਕਿਫ ਕਰਵਾਊਂਗਾ। ਸਾਡੇ ਗੁਰੂਆਂ ਦੀ ਸਾਨੂੰ ਇੱਕ ਦੇਣ ਹੈ, ਉਹ ਇੰਨਾ ਮਾਰਸ਼ਲ ਆਰਟ ਇੰਨਾ ਸਟਰੋਂਗ ਹੈ। ਜੇ ਬਾਕੀ ਸਾਰੇ ਮਾਰਸ਼ਲ ਆਰਟ ਸਟਰੋਂਗ ਹੈ ਤਾਂ ਮੇਰੇ ਖਿਆਲ ਨਾਲ ਗੱਤਕਾ ਵੀ ਬਹੁਤ ਜ਼ਿਆਦਾ ਸਟਰੋਂਗ ਮਾਰਸ਼ਲ ਆਰਟ ਹੈਗਾ। ਸੋ ਇੱਕ ਤਾਂ ਉਹ ਜਗਦੀਸ਼ ਜੀ ਸਾਨੂੰ ਮਿਲੇ, ਜਗਦੀਸ਼ ਸਿੰਘ ਜੀ ਜਿਹੜੇ ਕੋਟ ਖਾਲਸਾ ਅਖਾੜੇ ਦੇ ਗੁਰੂ ਨੇ, ਪ੍ਰਧਾਨ ਨੇ, ਉਹ ਇੱਥੇ ਕਲਾਸ ਲੈ ਰਹੇ ਨੇ। ਫਿਰ ਉਸ ਤੋਂ ਇਲਾਵਾ ਫਿਲਹਾਲ ਤੋਂ ਅਸੀਂ ਮੈਂ ਔਰ ਅਮਿਤਾ ਸ਼ਰਮਾ ਜਿਹੜੇ ਆ ਉਹ ਕਲਾਸ ਕਰ ਰਹੇ ਆ। ਬਟ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕੱਲ੍ਹ ਤੋਂ ਕਲਾਸ ਸ਼ੁਰੂ ਹੋ ਜਾਏਗੀ, ਸਾਨੂੰ ਸੀਗਾ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਵਰਕਸ਼ਾਪ ਹੋਵੇ ਔਰ ਸਾਡੇ ਜਿਹੜੇ ਸਭ ਤੋਂ ਸੀਨੀਅਰ ਥੀਏਟਰ ਡਾਇਰੈਕਟਰ ਨੇ ਉਹਨਾਂ ਦੀ ਕਲਾਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਅਸੀਂ ਸਭ ਤੋਂ ਪਹਿਲਾਂ ਕੇਵਲ ਭਾਜੀ ਨੂੰ ਸੱਦਾ ਦਿੱਤਾ ਕਿ ਕੇਵਲ ਭਾਜੀ ਤੁਸੀਂ ਆਓ ਔਰ ਇਹਨਾਂ ਬੱਚਿਆਂ ਨਾਲ ਆ ਕੇ ਡਿਜ਼ਾਈਨ 'ਤੇ ਔਰ ਪੰਜਾਬੀ ਡਿਜ਼ਾਈਨ 'ਤੇ ਖਾਸ ਤੌਰ 'ਤੇ ਪੰਜਾਬੀ ਕਾਸਟਿਊਮ 'ਤੇ ਪੰਜਾਬੀ ਸੈੱਟ 'ਤੇ ਆ ਕੇ ਇਹਨਾਂ ਬੱਚਿਆਂ ਨਾਲ ਗੱਲ ਕਰੋ। ਔਰ ਉਹ ਇੰਨੇ ਮਤਲਬ ਜ਼ਿਆਦਾ ਖੁਸ਼ ਹੋਏ, ਉਹਨਾਂ ਨੇ ਕਿਹਾ ਯਾਰ ਮੈਂ ਕਲਾਸਾਂ ਤਾਂ ਕਰੂੰਗਾ ਬਟ ਮੈਂ ਇੱਕ ਪਰਫਾਰਮੈਂਸ ਵੀ ਕਰੂੰਗਾ ਇਹਨਾਂ ਬੱਚਿਆਂ ਨਾਲ। ਮੈਂ ਦੱਸਿਆ ਉਹਨਾਂ ਨੂੰ ਕਿ ਬੱਚੇ ਬਹੁਤ ਵਧੀਆ ਨੇ, ਕਹਿੰਦੇ ਫਿਰ ਮੈਂ ਇੱਕ ਪਰਫਾਰਮੈਂਸ ਵੀ ਕਰੂੰਗਾ। ਉਹਨਾਂ ਦੀ ਪਰਫਾਰਮੈਂਸ ਵੀ ਹੈਗੀ ਆ 27 ਤਰੀਕ ਨੂੰ, ਉਹ ਇੱਕ ਪਰਫਾਰਮੈਂਸ ਕਰਨਗੇ ਇਹਨਾਂ ਬੱਚਿਆਂ ਦੇ ਨਾਲ। ਔਰ ਇਹਨਾਂ ਬੱਚਿਆਂ ਲਈ ਫਿਰ ਅਸੀਂ ਇੱਕ ਦਸਤਕ ਦੀ ਪਰਫਾਰਮੈਂਸ ਜਿਹੜੀ ਆ ਉਹ ਰੱਖ ਦਿੱਤੀ 25 ਤੇ 26 ਨੂੰ, ਹੌਰਲਾ ਕਰਕੇ ਇੱਕ ਪਲੇ ਜਿਹੜਾ ਹੈ ਉਹ 25-26 ਨੂੰ ਇੱਥੇ 6:30 ਵਜੇ ਹੋਣਾ ਹੈ। ਔਰ ਇਹ ਮਤਲਬ ਕੇਵਲ ਭਾਜੀ ਤੋਂ ਕੇਵਲ ਭਾਜੀ ਛੱਡਣਗੇ ਡਿਜ਼ਾਈਨ ਦਾ ਕੰਮ 27 ਤਰੀਕ ਨੂੰ ਜਦੋਂ, ਤੋਂ ਸਾਡੇ ਕੋਲ ਰਾਜੇਸ਼ ਹੋਊਗਾ। ਰਾਜੇਸ਼ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਪਾਸ ਆਊਟ ਹੈ, ਮੇਰਾ ਬੈਚਮੇਟ ਹੈ। ਔਰ ਇਸ ਤੋਂ ਵੀ ਵਧੀਆ ਗੱਲ ਇਹ ਹੈ ਕਿ ਉਹ ਰਾਡਾ ਤੋਂ ਪਾਸ ਆਊਟ ਹੈਗਾ, ਉਹਨੇ 1 ਸਾਲ ਰਾਇਲ ਅਕੈਡਮੀ ਆਫ ਡਰਾਮੈਟਿਕ ਆਰਟ ਦੇ ਵਿੱਚ ਕੋਰਸ ਕੀਤਾ ਹੈ। ਉਹ ਕੋ ਇੰਟਰਨੈਸ਼ਨਲ ਲੈਵਲ ਦਾ ਇੱਕ ਐਕਸਪੋਜ਼ਰ ਵੀ ਹੈਗਾ ਔਰ ਉਹ ਬਿਸਮਿल्ला ਖਾਂ ਅਵਾਰਡ ਹੀ ਹੈਗਾ। ਉਹ ਡਿਜ਼ਾਈਨ 'ਤੇ ਆ ਕੇ ਇਹਨਾਂ ਨਾਲ ਕਲਾਸਿਸ ਲਊਗਾ। 9-10 ਤਰੀਕ ਤੱਕ ਉਹ ਸਾਡੇ ਕੋਲ ਰਹਿਣਗੇ। ਔਰ ਇਸ ਤੋਂ ਇਲਾਵਾ ਮੈਨੂੰ ਸੀਗਾ ਕਿ ਬਾਡੀ ਮੂਵਮੈਂਟ ਦੇ ਉੱਤੇ ਗੱਤਕਾ ਮਤਲਬ ਉਹ ਬਾਡੀ ਖੋਲ੍ਹ ਦੂਗਾ ਬੱਚਿਆਂ ਦੀ, ਪਰ ਮੈਨੂੰ ਸੀਗਾ ਕਿ ਰਿਦਮ ਲੈ ਕੇ ਕੋਈ ਖਾਸ ਬੰਦਾ ਹੋਣਾ ਚਾਹੀਦਾ ਹੈ। ਔਰ ਉਹ ਅਸੀਂ ਮੰਜੂ ਸ਼ਰਮਾ ਇੱਕ ਇੰਟਰਨੈਸ਼ਨਲ ਕੋਰੀਓਗ੍ਰਾਫਰ ਆ ਦਿੱਲੀ ਤੋਂ, ਔਰ ਬਹੁਤ ਵਧੀਆ ਕੰਮ ਹੈ। ਉਹਨਾਂ ਨੇ ਮੇਰੇ ਨਾਲ ਡਾਟਰ ਆਫ ਦਾ ਬਿਨ ਪਲੇ ਦੇ ਵਿੱਚ ਕੋਰੀਓਗ੍ਰਾਫੀ ਕੀਤੀ ਸੀਗੀ। ਉਹਨਾਂ ਨੂੰ ਮੈਂ ਬੁਲਾਇਆ, ਉਹ 26 ਤਰੀਕ ਨੂੰ ਜੁਆਇਨ ਕਰਨਗੇ ਨਾਲ ਹੀ ਰਾਜੇਸ਼ ਦੇ। ਔਰ ਇਸ ਤੋਂ ਇਲਾਵਾ ਦਵਿੰਦਰ ਰਾਜ ਅੰਕੁਰ ਜੀ 3 ਦਿਨ ਬੱਚਿਆਂ ਨਾਲ ਸੈਸ਼ਨ ਕਰਨਗੇ ਥੀਏਟਰ ਨੂੰ ਲੈ ਕੇ, ਰੰਗਮੰਚ ਨੂੰ ਲੈ ਕੇ। ਉਹ ਇਹਨਾਂ ਦੀ ਖੁਸ਼ਕਿਸਮਤੀ ਹੈ ਕਿ ਦਵਿੰਦਰ ਰਾਜ ਅੰਕੁਰ ਜੀ ਇਹਨਾਂ ਕੋਲ ਪਹੁੰਚ ਰਹੇ ਹੈਗੇ 3 ਦਿਨ। ਔਰ ਉਸ ਤੋਂ ਫਿਰ ਨਾਲ ਹੀ ਸਾਨੂੰ ਸੀਗਾ ਕਿ ਮਿਊਜ਼ਿਕ ਜਿਹੜਾ ਹੈ, ਕਿਉਂਕਿ ਸਾਡੇ ਗਰੁੱਪ ਦੇ ਵਿੱਚ ਗਾਉਣ ਵਾਲੇ ਬੱਚੇ ਬਹੁਤ ਵਧੀਆ ਹੈਗੇ, 6-7 ਬੱਚੇ ਨੇ, ਬਹੁਤ ਵਧੀਆ ਗਾਉਂਦੇ ਨੇ, ਪਿੰਡਾਂ ਤੋਂ ਆਏ ਆ। ਬਟ ਓਰੀਜਨੈਲਿਟੀ ਮੈਨੂੰ ਲੱਗਦਾ ਹੈ ਹੁਣ ਪਿੰਡਾਂ 'ਚ ਹੀ ਰਹਿ ਗਈ ਆ, ਸਾਡੇ ਸ਼ਹਿਰੀਆਂ 'ਚ ਤਾਂ ਹੌਲੀ ਹੌਲੀ ਮੁੱਕਦੀ ਜਾ ਰਹੀ ਹੈ, ਓਰੀਜਨਲਪਨ ਹੈ ਹੀ ਨਹੀਂ ਹੈ। ਅਤੇ ਮੈਂ ਸੋਚਦਾ ਇਹੀ ਸੀਗਾ ਕਿ ਯਾਰ ਅਗਲੇ ਕੰਮ ਜਿਹੜੇ ਕਰਨੇ ਆ ਨਾ ਮੈਂ ਪਿੰਡਾਂ 'ਚ ਜਾ ਕੇ ਕਰਨੇ ਆ,
ਕਿਉਂਕਿ ਮੈਨੂੰ ਲੱਗ ਰਿਹਾ ਕਿ ਖਤਮ ਹੋਈ ਜਾ ਰਿਹਾ ਸ਼ਹਿਰ ਦੇ ਵਿੱਚ। ਨਾ ਕਿਸੇ ਨੂੰ ਲੋੜ ਹੈ ਆਰਟ ਦੀ, ਨਾ ਕਿਸੇ ਨੂੰ ਟ੍ਰੇਨਿੰਗ ਦੀ ਲੋੜ ਹੈ। ਦੇ ਆਰ ਹੀਰੋਜ਼। ਤਕਰੀਬਨ ਇੱਕ ਨਾਟਕ ਕਰਕੇ ਲੋਕ ਹੀਰੋ ਬਣ ਗਏ ਹੋਏ ਆ। ਮੈਨੂੰ ਦੱਸੋ, ਮੈਨੂੰ ਲਗਭਗ 35 ਸਾਲ ਹੋ ਗਏ ਆ ਥੀਏਟਰ ਕਰਦੇ ਨੂੰ, ਅਜੇ ਤੱਕ ਵੀ ਮੈਂ ਆਪਣੇ ਆਪ ਨੂੰ ਬਿਲਕੁਲ ਫਰੈਸ਼ ਸਮਝਦਾ। ਮੈਂ ਜਦੋਂ ਜਾਣਾ ਹੁੰਦਾ, ਮੈਂ ਕਿਸੇ ਵੀ ਕੰਮ ਦੇ ਵਿੱਚ ਜਾਣਾ ਹੁੰਦਾ, ਮੈਨੂੰ ਲੱਗਦਾ ਮੇਰੇ ਲਈ ਮੈਂ ਫਿਰ ਜ਼ੀਰੋ ਤੋਂ ਸ਼ੁਰੂ ਕਰਾਂ, ਫਿਰ ਤੋਂ ਸਿੱਖਾਂ। ਪਰ ਇੱਥੇ ਕਿਸੇ ਨੂੰ ਸਿੱਖਣ ਦੀ ਲੋੜ ਹੀ ਨਹੀਂ ਹੈਗੀ। ਇੱਥੇ ਮਤਲਬ ਬਿਨਾਂ ਸਿੱਖੇ ਹੀ ਪੈਸੇ ਮਿਲ ਰਹੇ ਆ, ਪੇਮੈਂਟਸ ਮਿਲ ਰਹੀਆਂ ਆ। ਸੋ ਪਿੰਡ ਦੇ ਬੱਚੇ ਗਾਉਣ ਵਾਲੇ ਬੜੇ ਵਧੀਆ। ਇਹ ਤਾਂ ਮੈਨੂੰ ਲੱਗਾ ਯਾਰ ਗਾਉਣ ਲਈ ਨਾ ਮਤਲਬ ਮਿਊਜ਼ਿਕ ਟੀਚਰ ਜਿਹੜਾ ਹੈ ਕੋਈ ਪਰਫੈਕਟ ਬੰਦਾ ਹੋਵੇ। ਮੇਰੇ ਦੋਸਤ ਨੇ ਰਵਿੰਦਰ ਸ਼ੀਨ, ਔਰ ਬੜੇ ਵੱਡੇ ਮਿਊਜ਼ਿਕ ਡਾਇਰੈਕਟਰ ਨੇ ਔਰ ਬਹੁਤ ਖੂਬਸੂਰਤ ਕੰਮ ਕਰਦੇ ਆ। ਔਰ ਖੂਬਸੂਰਤੀ ਉਹਨਾਂ ਦੀ ਇਹ ਵੀ ਹੈਗੀ ਹੈ ਕਿ ਉਹ ਪਾਸ ਆਊਟ ਨੇ ਡਰਾਮਾ ਡਿਪਾਰਟਮੈਂਟ ਤੋਂ, ਚੰਡੀਗੜ੍ਹ ਡਰਾਮਾ ਡਿਪਾਰਟਮੈਂਟ ਤੋਂ। ਸੋ ਉਹਨਾਂ ਨੂੰ ਥੀਏਟਰ ਦੀ ਵੀ ਨੌਲੇਜ ਹੈ, ਥੀਏਟਰ ਬਾਰੇ ਵੀ ਪਤਾ ਹੈ, ਔਰ ਮਿਊਜ਼ਿਕ ਬਾਰੇ ਵੀ ਬੜੀ ਸਾਰੀ ਨੌਲੇਜ ਹੈਗੀ। ਤੋ ਮੈਂ ਉਹਨਾਂ ਨੂੰ ਥੋੜ੍ਹਾ ਜਿਹਾ ਰਿਕੁਐਸਟ ਕੀਤਾ, ਮੈਂ ਕਿ ਯਾਰ ਬੱਚੇ ਬਹੁਤ ਵਧੀਆ ਹੈ ਗਾਉਣ ਵਾਲੇ, ਪਲੀਜ਼ ਤੁਸੀਂ ਆ ਕੇ ਕਲਾਸਿਸ ਲੈ ਕੇ ਜਾਓ। ਉਹ ਸਪੈਸ਼ਲੀ ਆਪਣੇ ਸਾਰੇ ਸ਼ਡਿਊਲ ਛੱਡ ਕੇ, ਫਿਲਮਸ ਵਗੈਰਾ ਦਾ ਸ਼ਡਿਊਲ ਛੱਡ ਕੇ ਇਹਨਾਂ ਬੱਚਿਆਂ ਨਾਲ ਜਿਹੜਾ ਇੱਕ ਹਫ਼ਤੇ ਦੀ ਕਲਾਸਿਸ ਲਈ ਆ ਰਹੇ ਹੈਗੇ। ਡਾਇਰੈਕਟਰ ਰਜਿੰਦਰ ਜੀ ਬਾਰੇ ਜਿੰਨਾ ਮੈਂ ਜਾਣਦਾ ਵਾਂ ਉਹ ਦਰਸ਼ਕਾਂ ਨੂੰ ਦੱਸ ਦਿੰਦਾ ਵਾਂ ਕਿ ਇਹਨਾਂ ਨੇ ਉਹ ਚੀਜ਼ ਕਰਨੀ ਹੁੰਦੀ ਹੈ ਜੋ ਬਾਕੀ ਨਹੀਂ ਕਰਦੇ। ਹਟ ਕੇ ਕੰਮ ਕਰਦੇ ਆ ਔਰ ਸੋਹਣਾ ਲੱਗਦਾ ਵਾ। ਵਿਲੱਖਣ ਕੰਮ ਕੀਤਾ ਜਿਹੜਾ ਵਾ ਉਹੋ ਹੀ ਦੁਨੀਆ ਨੂੰ ਚੰਗਾ ਲੱਗਦਾ ਵਾ। ਸਾਡੇ ਬੜੇ ਪਰਮ ਮਿੱਤਰ ਡਾਕਟਰ ਦਰਿਆ ਜੀ, ਜੋ ਪੰਜਾਬੀ ਅਧਿਐਨ ਸਕੂਲ ਯੂਨੀਵਰਸਿਟੀ ਦੇ ਮੁਖੀ ਸੀਗੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ, ਉਹ ਅੱਜ ਕੱਲ੍ਹ ਸਾਡੇ ਵਿੱਚ ਨਹੀਂ ਆ। ਪਰ ਜਿੰਨਾ ਕੁ ਸਾਨੂੰ ਉਹ ਦੇ ਗਏ ਆ, ਜੇ ਉਹ ਸਾਂਭ ਕੇ ਰੱਖੀਏ ਤਾਂ ਬਹੁਤ ਚਿਰ ਅਸੀਂ ਉਹਨੂੰ ਹੰਢਾ ਸਕਦੇ ਹਾਂ। ਉੱਥੇ ਮੁਲਾਕਾਤ ਜਿਹੜੀ ਆ ਮੇਰੀ ਇੱਕ ਵਾਰੀ ਹੋਈ ਸੀਗੀ ਡਾਇਰੈਕਟਰ ਰਜਿੰਦਰ ਜੀ ਦੇ ਨਾਲ। ਉਹ ਇੱਕ ਖਾਸ ਗੱਲ ਕਿਉਂ ਕਰਨੀ ਪਈ ਇਸ ਮੌਕੇ 'ਤੇ, ਕਿਉਂਕਿ ਵਿਲੱਖਣ ਕੰਮ ਦੀ ਜਿਹੜੀ ਗੱਲ ਸੀਗੀ ਉਹ ਮੈਂ ਕਹੀ ਸੀ ਅਤੇ ਉਹ ਸਾਹਮਣੇ ਕਰਨ ਲੱਗਾ ਵਾਂ। ਭੰਡ ਮਰਾਸੀਆਂ ਦੇ ਉੱਤੇ ਇਹਨਾਂ ਨੇ ਪੇਸ਼ਕਾਰੀਆਂ ਕਰਨੀਆਂ ਸੀਗੀਆਂ। ਉਹ ਜਿਹੜਾ ਵਾ ਵੱਖ-ਵੱਖ ਕਾਲਜਾਂ ਦੇ ਵਿੱਚ ਭੰਡ ਮਰਾਸੀਆਂ ਦੀਆਂ ਜਿਹੜੀਆਂ ਪੇਸ਼ਕਾਰੀਆਂ ਉਹ ਲਾਈਵ ਕਰਦੀਆਂ ਸੀਗੀਆਂ। ਉਹਦੇ ਸੰਬੰਧੀ ਜਿਹੜੀ ਚਰਚਾ ਸੀਗੀ, ਉਹ ਪੇਸ਼ਕਾਰੀਆਂ ਜਿਹੜੀਆਂ ਵਾ ਜਿਸ ਤਰ੍ਹਾਂ ਦੱਸਿਆ ਵਾ ਰਜਿੰਦਰ ਜੀ ਨੇ ਕਿ ਸ਼ਹਿਰ ਦੇ ਵਿੱਚੋਂ ਇਹ ਚੀਜ਼ਾਂ ਹੁਣ ਅਲੋਪ ਹੁੰਦੀਆਂ ਜਾ ਰਹੀਆਂ ਅਤੇ ਪਿੰਡਾਂ ਵਾਲੇ ਸਾਂਭ ਕੇ ਬੈਠੇ ਆ। ਅਤੇ ਪਿੰਡਾਂ ਵਾਲਿਆਂ ਤੋਂ ਅੱਗੇ ਵੀ ਜਿਹੜੀ ਇਹ ਪ੍ਰਜਾਤੀ ਆ, ਜਿਹੜੀ ਇਹ ਜਾਤੀ ਆ ਭੰਡ ਮਰਾਸੀ, ਇਹ ਸਾਡੇ ਨਾਲੋਂ ਵੀ ਬਹੁਤ ਕੁਛ ਜ਼ਿਆਦਾ ਵੱਧ ਸਾਂਭ ਕੇ ਬੈਠੇ ਆ। ਇਹਨਾਂ ਕੋਲ ਅਨਮੋਲ ਖਜ਼ਾਨਾ ਵਾ। ਪੰਜਾਬੀ ਮਾਂ ਬੋਲੀ ਦੇ ਲਫ਼ਜ਼, ਬੜੇ ਬੜੇ ਸੋਹਣੇ ਲਫ਼ਜ਼ ਨੇ ਇਹਨਾਂ ਦੇ ਕੋਲ। ਔਰ ਸਿਜਦਾ ਕਰਦਾ ਮੈਂ ਜਿਹੜੀ ਇਹਨਾਂ ਦੀ ਕਲਾ ਨੂੰ ਕਿ ਉਹਨਾਂ ਦੇ ਵਿੱਚੋਂ ਸਾਨੂੰ ਸੋਹਣੇ ਸੋਹਣੇ ਲਫ਼ਜ਼ ਜਿਹੜੇ ਸੁਣਨ ਨੂੰ ਮਿਲਦੇ ਆ। ਅਤੇ ਮੈਂ ਉਸ ਗੱਲ ਦੀ ਵਧਾਈ ਵੀ ਦਿੰਦਾ ਵਾਂ ਕਿ ਵਿਲੱਖਣ ਕੰਮ ਕਰਕੇ ਇਹਨਾਂ ਨੇ ਇੱਕ ਨਵੀਂ ਪਿਰਤ ਪਾਈ ਸੀ ਕਿ ਇਹੋ ਜਿਹੇ ਲੋਕਾਂ ਨੂੰ ਵੀ ਜਿਹੜੀਆਂ ਸਟੇਜਾਂ ਮਿਲਣੀਆਂ ਚਾਹੀਦੀਆਂ। ਅਤੇ ਫਿਰ ਮੁੜਦੇ ਹਾਂ ਆਪਣੀ ਥੀਏਟਰ ਵਰਕਸ਼ਾਪ ਦੇ ਸੰਬੰਧੀ, ਅਤੇ ਪੁੱਛਾਂਗਾ ਜੀ ਕਿ ਇਸ ਵਰਕਸ਼ਾਪ ਦੇ ਵਿੱਚ ਜਿਹੜਾ ਸੈਮੀਨਾਰ ਲੱਗਣਾ ਵਾ 10 ਰੋਜ਼ਾ, ਉਹਦੇ ਵਿੱਚ ਕਿਹੜੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਪਹੁੰਚ ਰਹੀਆਂ? ਦੇਖੋ ਰਮੇਸ਼ ਜੀ, ਸਾਡੀ ਪੂਰੀ ਕੋਸ਼ਿਸ਼ ਇਹ ਆ ਕਿ ਇਹ ਬੱਚੇ ਪੰਜਾਬ ਦੇ ਉਹਨਾਂ ਲੋਕਾਂ ਤੋਂ ਜ਼ਰੂਰ ਵਾਕਿਫ ਹੋਣ ਜਿਹੜੇ ਬਹੁਤ ਉਮਦਾ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ। ਜਿਵੇਂ ਸਾਡੀ ਕੋਸ਼ਿਸ਼ ਹੈਗੀ ਆ ਕਿ ਮਹਾਵੀਰ ਭੁੱਲਰ ਸਾਡੇ ਬਹੁਤ ਸੀਨੀਅਰ ਨੇ ਔਰ ਸਿਨੇਮਾ ਦੇ ਵਿੱਚ ਬਹੁਤ ਵਧੀਆ ਐਕਟਿੰਗ ਦਾ ਕੰਮ ਕਰ ਰਹੇ ਆ, ਉਹਨਾਂ ਨਾਲ ਇੱਕ ਮੀਟਿੰਗ ਇਹਨਾਂ ਦੀ। ਫਿਰ ਪ੍ਰੀਤਪਾਲ ਰੁਪਾਣਾ ਸਾਡੇ ਮਿੱਤਰ ਨੇ, ਸਾਡੇ ਬਹੁਤ ਸੀਨੀਅਰ ਨੇ, ਉਹ ਵੀ ਉਹਨਾਂ ਨਾਲ ਮੁਲਾਕਾਤ ਕਰਵਾਉਣਾ। ਕੋਸ਼ਿਸ਼ ਹੈਗੀ ਹੈ ਸਾਡੀ ਕਿ ਅਸੀਂ ਨੀਲਮ ਮਾਨ ਸਿੰਘ ਚੌਧਰੀ ਔਰ ਥੀਏਟਰ ਡਿਪਾਰਟਮੈਂਟ ਨੇ ਜਿਹੜੇ ਪਟਿਆਲੇ ਦੇ ਵਿੱਚ, ਜਿਵੇਂ ਜਸਪਾਲ ਮੈਡਮ ਨੇ, ਔਰ ਚੰਡੀਗੜ੍ਹ ਦੇ ਵਿੱਚ ਸਾਡੇ ਨਵਦੀਪ ਮੈਡਮ ਨੇ, ਔਰ ਇਸ ਤੋਂ ਇਲਾਵਾ ਆਤਮਜੀਤ ਜੀ ਨੇ, ਔਰ ਹੋਰ ਵੀ ਜਿਹੜੀਆਂ ਪਰਸਨੈਲਿਟੀਜ਼ ਨੇ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਉਹਨਾਂ ਸਾਰਿਆਂ ਨਾਲ ਵਾਬਸਤਾ ਕਰਵਾਇਆ ਜਾਵੇ ਇਹਨਾਂ ਬੱਚਿਆਂ ਨੂੰ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਆਖਿਰ ਥੀਏਟਰ ਕੌਣ ਕਰ ਰਿਹਾ ਔਰ ਕਿਵੇਂ ਦਾ ਥੀਏਟਰ ਕਰ ਰਿਹਾ ਹੈ। ਇਹਨਾਂ ਨੂੰ ਬਾਹਰ ਦੇ ਥੀਏਟਰ ਬਾਰੇ ਨੌਲੇਜ ਜਿਹੜੀ ਹੈ ਡੈਫੀਨੇਟਲੀ ਇਹ ਵਰਕਸ਼ਾਪ ਤੋਂ ਬਾਅਦ ਜਦੋਂ ਥੀਏਟਰ ਕਰਨਗੇ ਇਹਨਾਂ ਨੂੰ ਬਾਹਰ ਦੇ ਥੀਏਟਰ ਦੀ ਵੀ ਨੌਲੇਜ ਮਿਲ ਜੂਗੀ। ਲੇਕਿਨ ਮੇਰਾ ਪਰਸਨਲੀ ਮੈਨੂੰ ਲੱਗਦਾ ਹੈ ਫਰਜ਼ ਬਣਦਾ ਹੈ ਕਿ ਮੈਂ ਇਹਨਾਂ ਨੂੰ ਪੰਜਾਬ ਤੋਂ ਜ਼ਰੂਰ ਵਾਕਿਫ ਕਰਵਾਵਾਂ ਕਿ ਯਾਰ ਇਹਨਾਂ ਚੀਜ਼ਾਂ ਨੂੰ ਦੇਖੋ, ਤੁਸੀਂ ਭੰਡਾ ਮਰਾਸੀਆਂ ਨੂੰ ਜਾਣੋ, ਸਮਝੋ। ਉਹ ਇੰਨੀ ਉਮਦਾ ਕਲਾ ਹੈ ਨਾ ਉਹਨਾਂ ਕੋਲੋਂ। ਮੈਂ ਤੁਹਾਨੂੰ ਗਰੰਟੀ ਦੇ ਸਕਦਾ ਹੈ ਕਿ ਜੇ ਉਹਨਾਂ ਦੇ ਬੱਚੇ ਇਸ ਫੀਲਡ 'ਚ ਆ ਗਏ ਨਾ, ਥੀਏਟਰ ਦੇ ਵਿੱਚ ਜਾਂ ਸਿਨੇਮਾ ਦੇ ਵਿੱਚ, ਜੇ ਉਹਨਾਂ ਦੇ ਬੱਚੇ ਆ ਜਾਣ, ਉਹਨਾਂ ਕਿਸੇ ਪਿਓ ਦੇ ਪੁੱਤ ਨੂੰ ਖੜਨ ਨਹੀਂ ਦੇਣਗੇ।
ਇੰਨੇ ਟੈਲੈਂਟਡ ਨੇ ਉਹਨਾਂ ਦੇ ਬੱਚੇ, ਆਪ ਉਹ ਇੰਨੇ ਟੈਲੈਂਟਡ ਨੇ, ਉਹਨਾਂ ਨੂੰ ਦਿੱਤੀ ਹੈ। ਜੇ ਮਤਲਬ ਉਹ ਕਹਿੰਦੇ ਆ ਕਿ ਸਾਨੂੰ ਗੁਰੂਆਂ ਨੇ ਬਖਸ਼ਿਸ਼ ਦਿੱਤੀ ਹੈ, ਤਾਂ ਮੈਂ ਮੰਨਦਾ ਹਾਂ ਉਸ ਕਮਿਊਨਿਟੀ 'ਤੇ ਮੈਂ ਲਗਭਗ 5 ਸਾਲ ਕੰਮ ਕੀਤਾ। ਮੈਂ ਮੰਨਦਾ ਹਾਂ ਕਿ ਉਸ ਕਮਿਊਨਿਟੀ ਨੂੰ ਬਖਸ਼ਿਸ਼ ਹੈਗੀ ਹੈ, ਔਰ ਮੈਂ ਸਜਦੇ ਕਰਦਾ ਹਾਂ। ਮੈਨੂੰ ਇਸ ਗੱਲ ਦਾ ਹਿਰਖ ਹੀ ਸੀਗਾ ਕਿ ਮੇਰੀ ਜਿਹੜੀ ਫੋਕ ਥੀਏਟਰ ਫਾਰਮ ਹੈ ਭੰਡ ਮਰਾਸੀ, ਉਹਦੇ 'ਤੇ ਕੰਮ ਨਹੀਂ ਹੋਇਆ। ਇਸ ਹਿਰਖ ਨੂੰ ਪੂਰਾ ਕਰਨ ਲਈ ਮੈਂ ਲਗਭਗ 7 ਸਾਲ ਹੋ ਗਏ ਉਸ ਕਮਿਊਨਿਟੀ ਨਾਲ ਜੁੜਿਆ ਹੋਇਆ। ਉਸ ਕਮਿਊਨਿਟੀ ਦੇ ਇੰਟਰਨੈਸ਼ਨਲ ਲੈਵਲ 'ਤੇ, ਨੈਸ਼ਨਲ ਲੈਵਲ 'ਤੇ ਮੈਂ ਸ਼ੋਅਜ਼ ਕਰਵਾਏ ਨੇ, ਮੈਂ ਉਹਨਾਂ ਨੂੰ ਲੈ ਕੇ ਗਿਆ ਹਾਂ, ਲੋਕਾਂ ਨਾਲ ਮਿਲਾਇਆ ਹੈ। ਔਰ ਮੈਨੂੰ ਬਹੁਤ ਚੰਗਾ ਲੱਗਾ ਜਦੋਂ ਅਮਿਤਾ ਨੇ ਉਸ ਵਿਸ਼ੇ ਨੂੰ ਚੁਣਿਆ ਔਰ ਉਹਦੇ 'ਤੇ ਨੈਸ਼ਨਲ ਲੈਵਲ 'ਤੇ CCRT ਇੰਡੀਆ ਤੋਂ, ਮਿਨਿਸਟਰੀ ਆਫ ਕਲਚਰ ਤੋਂ ਇਹਨਾਂ ਨੂੰ ਉਸ ਵਿਸ਼ੇ 'ਤੇ ਨੈਸ਼ਨਲ ਫੈਲੋਸ਼ਿਪ ਮਿਲਦੀ ਆ, ਔਰ ਉਸ ਫੈਲੋਸ਼ਿਪ ਨੂੰ, ਉਸ ਸਬਜੈਕਟ ਨੂੰ ਇਹ ਕੰਪਲੀਟ ਕਰਦੇ ਹੈਗੇ। ਬੜੀਆਂ ਸੋਹਣੀਆਂ ਗੱਲਾਂ ਹੋ ਰਹੀਆਂ, ਔਰ ਮੈਨੂੰ ਮਗਰਲੇ ਬੰਨੇ ਡਾਇਰੈਕਟਰ ਅਮਤਾ ਜੀ ਵੀ ਦਿਖ ਰਹੇ ਆ, ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਨਾ ਵਾ। ਅਤੇ ਟਾਈਮ ਜਿਹੜਾ ਵਾ ਉਹ ਡਾਇਰੈਕਟਰ ਸਾਹਿਬ ਨਾਲ ਜੇ ਮੈਂ ਚਾਹਵਾਂ ਤਾਂ ਅਜੇ ਹੋਰ ਇਸ ਟੌਪਿਕ ਦੇ ਉੱਤੇ ਹੀ ਘੱਟੋ ਘੱਟ 3 ਘੰਟੇ ਲੰਮੀ ਗੱਲ ਹੋ ਸਕਦੀ ਆ, ਪਰ ਸਮਾਂ ਜਿਹੜਾ ਵਾ ਉਹ ਇਜਾਜ਼ਤ ਨਹੀਂ ਦਿੰਦਾ। ਅਤੇ ਮੈਂ ਡਾਇਰੈਕਟਰ ਸਾਹਿਬ ਰਜਿੰਦਰ ਜੀ ਨੂੰ ਜੇ ਗੱਲ ਜ਼ਰੂਰ ਪੁੱਛਾਂਗਾ ਕਿ ਤੁਹਾਡੇ ਜਿਹੜੇ ਯਾਰ ਦੋਸਤ, ਉਹਨਾਂ ਦੇ ਨਾਲ ਕੋਈ ਨਿੱਘੀਆਂ ਯਾਦਾਂ ਜਾਂ ਕਿਹੜੇ ਨਾਂ ਨੇ ਜਿਹੜੇ ਤੁਸੀਂ ਦਿਲ ਦੇ ਵਿੱਚ ਵਸਾਏ ਹੋਏ ਆ? ਆਪਣੇ ਯਾਰਾਂ ਦੋਸਤਾਂ ਦੇ ਨਾਵਾਂ ਦਾ ਜ਼ਰੂਰ ਜ਼ਿਕਰ ਕਰੋ। ਮੇਰੀ ਖੁਸ਼ਕਿਸਮਤੀ ਆ ਰਮੇਸ਼ ਰਾਮਪੁਰਾ ਜੀ ਕਿ ਮੈਨੂੰ ਇਹੋ ਜਿਹੇ ਮਿੱਤਰ ਮਿਲੇ, ਇਹੋ ਜਿਹੇ ਦੋਸਤ ਮਿਲੇ। ਬੇਸ਼ੱਕ ਅੱਜ ਮੇਰੇ ਨਾਲ ਨਹੀਂ ਹੈਗੇ, ਅੱਜ ਆਪਣੇ ਕੰਮਾਂ 'ਚ ਬਿਜ਼ੀ ਹੈ, ਪਰ ਉਹਨਾਂ ਨੇ ਜੋ ਮੈਨੂੰ ਦਿੱਤਾ ਹੈ ਨਾ, ਮੈਨੂੰ ਲੱਗਦਾ ਹੈ ਕਿ ਉਹਦੇ ਕਰਕੇ ਮੈਂ ਜਿਉਂਦਾ ਹਾਂ, ਉਹਦੇ ਕਰਕੇ ਮੈਂ ਤੁਹਾਨੂੰ ਲਾਈਵ ਇੰਨਾ ਮਤਲਬ ਐਨਰਜੈਟਿਕ ਮਿਲਦਾ ਹੈ, ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਸਕੂਲ ਟਾਈਮ 'ਤੇ ਮੇਰੇ ਦੋਸਤ ਸੀਗੇ ਜਿਹੜੇ, ਉਹਨਾਂ ਦਾ ਪਿਆਰ ਜਿਹੜਾ ਆ ਮੈਂ ਮਤਲਬ ਨਾਂ ਨਹੀਂ ਲੈ ਸਕਦਾ ਸਾਰਿਆਂ ਦੇ, ਪਰ ਸਕੂਲ ਟਾਈਮ 'ਤੇ ਇੱਕ ਮਿੱਤਰ ਹੁੰਦਾ ਸੀਗਾ ਬਿੱਕਰ, ਔਰ ਬਿੱਕਰ ਜਿਹੜਾ ਸੀਗਾ ਉਹਦੇ ਨਾਲ ਮੇਰੀ ਜਿਹੜੀ ਟਿਊਨਿੰਗ ਸੀਗੀ, ਉਹਦੇ ਨਾਲ ਜਿਹੜੀ ਦੋਸਤੀ ਸੀਗੀ, ਬੜਾ ਫੈਮਿਲੀ ਵਰਗਾ ਉਹਦੀ ਫੈਮਿਲੀ ਨੇ ਮੈਨੂੰ ਮਾਹੌਲ ਦਿੱਤਾ। ਉਸ ਮਿੱਤਰ ਨੇ ਮੇਰਾ ਬਹੁਤ ਕੌਨਫੀਡੈਂਸ ਇੰਪਰੂਵ ਕਰ ਦਿੱਤਾ। ਫਿਰ ਕਾਲਜ ਟਾਈਮ ਤੋਂ ਮਤਲਬ ਮੈਨੂੰ ਇਹੋ ਜਿਹੇ ਦੋਸਤ ਮਿਲੇ ਨਾ, ਇਹੋ ਜਿਹੇ ਮਿੱਤਰ ਮਿਲੇ ਕਿ ਉਹ ਮੇਰੀ ਲਾਈਫ ਦਾ ਸਭ ਤੋਂ ਬਿਹਤਰੀਨ ਪਾਰਟ ਸੀਗਾ। ਉਸ ਲਾਈਫ ਦੇ ਵਿੱਚ ਮੈਨੂੰ ਬੌਬੀ, ਸਾਡਾ ਮਨੋਜ ਕਰਕੇ ਇੱਕ ਮੇਰਾ ਸੀਨੀਅਰ ਸੀਗੇ ਮੇਰੇ, ਉਹ ਥੀਏਟਰ ਦੇ ਵਿੱਚ, ਔਰ DAV ਕਾਲਜ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ, ਉਹਨਾਂ ਦੇ ਨਾਲ ਥੀਏਟਰ ਕਰਨ ਦਾ ਮੌਕਾ ਮਿਲਿਆ। ਉਹਨਾਂ ਨੇ ਮੇਰੇ ਅੰਦਰ ਇੱਕ ਖੂਬਸੂਰਤ ਚੀਜ਼ ਭਰੀ, ਹਾਸਾ। ਮੇਰੀ ਲਾਈਫ ਦੇ ਅੰਦਰ ਇੰਨਾ ਖੁਸ਼ਨੁਮਾ 3 ਸਾਲ ਉਹਦੇ ਵਿੱਚ ਵਿਕਰਮ ਗਰੋਵਰ, ਉਹ ਸੀਗਾ ਵਿਕਰਮ ਗਰੋਵਰ, ਔਰ ਗੁਰਪ੍ਰੀਤ ਘੁੱਗੀ ਦੇ ਇਹ ਸਾਰੇ ਸਟੂਡੈਂਟ ਸੀਗੇ ਭਾਜੀ ਹੋਰਾਂ ਦੇ, ਬੰਕੂ ਸੀਗਾ, ਔਰ ਤੇਜੀ ਸੰਧੂ। ਅਸੀਂ ਸਾਰੇ ਇੰਨਾ ਵਧੀਆ ਗਰੁੱਪ ਬਣਿਆ ਸੀਗਾ ਸਾਡਾ, ਹੀ ਇੰਨੀ ਮਸਤੀ ਮਾਰਦੇ ਸੀਗੇ, ਇੰਨਾ ਇੰਜੋਏ ਕੀਤਾ ਅਸੀਂ ਉਸ ਟਾਈਮ ਨੂੰ। ਇਟਸ ਮਾਈ ਗੋਲਡਨ ਪੀਰੀਅਡ, ਬੜਾ ਇੰਜੋਏ ਕੀਤਾ, ਬੜੀ ਮਸਤੀ ਮਾਰੀ। ਔਰ ਉਦੋਂ ਸਾਡੇ ਨਾਲ ਜਦੋਂ ਪਾਲੀ ਵੀ ਜੁੜ ਗਿਆ ਸਾਡੇ ਨਾਲ, ਪ੍ਰਿਤਪਾਲ ਪਾਲੀ ਇੱਥੋਂ ਅੰਮ੍ਰਿਤਸਰੋਂ, ਟਿੰਮੀ ਸੀਗਾ ਅੰਮ੍ਰਿਤਸਰੋਂ। ਇਹ ਮਤਲਬ ਮਜ਼ੇਦਾਰ ਦੋਸਤ ਸੀਗੇ, ਔਰ ਇਹਨਾਂ ਦੇ ਵਿੱਚ ਕਪਿਲ ਆ ਕੇ ਜੁੜ ਗਿਆ, ਔਰ ਰਾਜੀਵ ਠਾਕੁਰ ਹੋਰੀ ਜਿਹੜੇ ਸੀਗੇ, ਪ੍ਰਭਾਕਰ ਚੰਦਨ ਪ੍ਰਭਾਕਰ ਜਿਹੜਾ ਸੀਗਾ, ਇਹ ਸਾਰੇ ਇਟਸ ਲਾਈਕ ਸਾਡੇ ਮਤਲਬ ਰਾਜੀਵ ਠਾਕੁਰ ਥੋੜ੍ਹਾ ਸਾਡਾ ਸੀਨੀਅਰ ਸੀਗਾ 1 ਸਾਲ, ਪਰ ਫਿਰ ਵੀ ਸਾਡਾ ਯਾਰਾਂ ਮਿੱਤਰਾਂ ਵਾਲਾ ਕੰਮ ਸੀਗਾ। ਔਰ ਅਸੀਂ ਇੰਨਾ, ਇਹ ਖਾਲਸਾ ਕਾਲਜ ਕਰਦੇ ਹੁੰਦੇ ਸੀਗੇ ਥੀਏਟਰ, ਠੀਕ ਹੈ, ਔਰ ਅਸੀਂ DAV ਕਾਲਜ ਤੋਂ ਪਰਫਾਰਮ ਕਰਦੇ ਹੁੰਦੇ ਸੀਗੇ। ਔਰ ਇੱਕ ਮਿੱਤਰ ਮੇਰਾ ਰਾਜੀਵ ਢਿੰਗਰੇ ਨੇ ਮਤਲਬ ਮੈਨੂੰ ਬਹੁਤ ਸਾਥ ਦਿੱਤਾ ਮੇਰਾ, ਈਵਨ NST ਪਾਸ ਆਊਟ ਹੋਣ ਤੋਂ ਬਾਅਦ ਵੀ ਮੇਰਾ ਬੜਾ ਸਾਥ ਦਿੱਤਾ, ਬੜਾ ਪਿਆਰ ਦਿੱਤਾ। ਉਹਦੇ ਨਾਲ ਵੀ ਇੱਕ ਤਰ੍ਹਾਂ ਦਾ ਬਹੁਤ ਚੰਗਾ ਰਿਲੇਸ਼ਨ ਰਿਹਾ। ਇਹ ਮਿੱਤਰ ਸੀਗੇ। ਔਰ ਫਿਰ NSD ਜਾ ਕੇ ਤੋਂ ਜਿਹੜੇ ਮਿੱਤਰ ਸੀਗੇ, ਉਹ ਮੈਂ ਮਤਲਬ ਮੰਨ ਲਓ ਕਿ ਉਹ ਸਾਰੇ ਜਿਹੜੇ ਇੰਨਾ ਸਿੱਖ ਕੇ ਆਏ ਸੀਗੇ, ਇੰਨੇ ਟੈਲੈਂਟਡ ਸੀਗੇ, ਨੈਸ਼ਨਲ ਸਕੂਲ ਆਫ ਡਰਾਮਾ 'ਚ ਐਡਮਿਸ਼ਨ ਹੋਣਾ, ਇਟਸ ਅ ਬਿਗ ਥਿੰਗ। ਔਰ ਉਹਨਾਂ ਦੇ ਇੰਟੈਲੈਕਚੁਅਲੀ ਇੰਨੇ ਇੰਟੈਲੀਜੈਂਟ ਲੋਕਾਂ ਦੇ ਵਿੱਚ ਮੇਰਾ ਸਿਲੈਕਸ਼ਨ ਹੋਇਆ, ਪਰ ਉਹਨਾਂ ਦੋਸਤਾਂ ਨੇ ਮੈਨੂੰ ਇੱਦਾਂ ਸਾਂਭਿਆ, ਮੈਨੂੰ ਫੁੱਲਾਂ ਵਾਂਗੂ ਸਾਂਭਿਆ। ਔਰ ਜੇ ਮੈਂ ਗਲਤ ਸੀਗਾ, ਜੇ ਮੇਰੇ ਕੋਲ ਨੌਲੇਜ ਨਹੀਂ ਸੀਗੀ, ਮੇਰੇ ਕੋਲ ਸਮਝ ਨਹੀਂ ਸੀਗੀ, ਉਹਨਾਂ ਨੇ ਮੇਰੀ ਸਮਝ ਵਧਾਈ, ਉਹਨਾਂ ਨੇ ਮੈਨੂੰ ਬਣਾਇਆ, ਮੈਨੂੰ ਬਿਹਤਰ ਬਣਾਇਆ। ਉਹ ਬਿਹਤਰ ਬਣਾਉਣ ਦਾ ਹੀ ਨਤੀਜਾ ਸੀਗਾ ਕਿ ਮੈਂ ਅੰਮ੍ਰਿਤਸਰ ਆ ਕੇ ਆਪਣੇ ਵੱਲੋਂ ਇੰਨਾ ਖੂਬਸੂਰਤ ਥੀਏਟਰ ਕਰਨ ਦੀ ਕੋਸ਼ਿਸ਼ ਕੀਤੀ, ਆਪਣੇ ਵੱਲੋਂ ਸਟੂਡੈਂਟਸ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ। ਸੋ ਇਹ ਦੋਸਤ ਨੇ ਸਾਰੇ ਮੇਰੇ ਮਿੱਤਰ ਨੇ। ਸਾਡਾ ਐਪੀਸੋਡ ਜਿਹੜਾ ਵਾ ਤਕਰੀਬਨ 30 ਤੋਂ 35 ਮਿੰਟ ਦਾ ਹੁੰਦਾ ਵਾ, ਪਰ ਮੈਂ ਬੜਾ ਖੁਸ਼ ਨਸੀਬ ਆ ਕਿ ਇਹ ਜਿਹੜੇ 35 ਮਿੰਟ ਦੇ ਵਿੱਚ ਜਿਹੜੀਆਂ ਇੰਨੀਆਂ ਸੋਹਣੀਆਂ ਗੱਲਾਂ, ਇੰਨੀਆਂ ਵਧੀਆ ਗੱਲਾਂ ਜਿਹੜੀਆਂ ਵਾ ਉਹ
ਹੋਈਆਂ ਨੇ ਡਾਇਰੈਕਟਰ ਰਜਿੰਦਰ ਜੀ ਦੇ ਨਾਲ। ਮੈਨੂੰ ਲੱਗਦਾ ਵਾ ਕਿ ਅਜੇ 1 ਘੰਟਾ ਹੋਰ ਇਹ ਲੈ ਕੇ ਜਾ ਸਕਦੇ ਸੀਗੇ, ਪਰ ਮੈਨੂੰ ਜੇ ਦੁਬਾਰਾ ਇੰਟਰਵਿਊ ਜਿਹੜਾ ਵਾ ਇਹਨਾਂ ਦਾ ਫਿਰ ਕਿਤੇ ਖੁੱਲ੍ਹੇ ਟਾਈਮ ਕਰਾਂਗਾ। ਹੁਣ ਇਸ ਐਪੀਸੋਡ ਦੇ ਵਿੱਚ ਅਸੀਂ ਤੁਹਾਡੇ ਰੂਬਰੂ ਕਰਾਂਗੇ ਜੋ ਇਸ ਥੀਏਟਰ ਵਰਕਸ਼ਾਪ ਦੇ ਵਿੱਚ ਹਿੱਸਾ ਲੈ ਰਹੇ ਵਿਦਿਆਰਥੀ ਆ, ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਾਂਗੇ। ਔਰ ਇਹ ਗੱਲ ਦੱਸ ਦਵਾਂ ਦਰਸ਼ਕਾਂ ਨੂੰ ਕਿ ਇੱਕ ਐਪੀਸੋਡ ਦੇ ਵਿੱਚ ਸਾਰਾ ਕੰਮ ਹੋਣਾ ਹੀ ਨਹੀਂ ਹੋ ਪਾਇਆ, ਕਿਉਂਕਿ ਟਾਈਮ ਦੀ ਵੀ ਸ਼ਾਰਟੇਜ ਆ ਗਈ। 30-35 ਮਿੰਟ ਜਿਹੜੇ ਆ ਉਹ ਰਜਿੰਦਰ ਜੀ ਲੈ ਗਏ, ਅਤੇ ਇਹਨਾਂ ਦੇ ਮਿਸਿਜ ਜੋ ਦਸਤਕ ਥੀਏਟਰ ਦੇ ਚੇਅਰਪਰਸਨ ਵੀ ਨੇ, ਉਹ ਜਿਹੜਾ ਉਹਨਾਂ ਦਾ ਨੰਬਰ ਜਿਹੜਾ ਵਾ ਪਹਿਲਾਂ, ਵੈਸੇ ਸਾਡੇ ਕਹਿੰਦੇ ਆ ਕਿ ਔਰਤ ਨੂੰ ਪਹਿਲਾਂ ਦਰਜਾ ਜਿਹੜਾ ਉਹ ਮਿਲਦਾ ਵਾ, ਔਰਤ ਪਹਿਲੇ ਆਪ ਜਿਹੜਾ ਹੁੰਦਾ ਵਾ ਕੰਮ, ਪਰ ਇੱਥੇ ਮੈਂ ਵੇਖਾਂ ਤੇ ਉਹ ਸਾਰਾ ਟਾਈਮ ਜਿਹੜਾ ਰਜਿੰਦਰ ਜੀ ਲੈ ਗਏ ਆ। ਇਸ ਕਰਕੇ ਸਾਨੂੰ ਜਿਹੜਾ ਵਾ ਐਪੀਸੋਡ ਜਿਹੜਾ ਉਹ ਵੀ ਵਧਾਉਣਾ ਪਿਆ ਵਾ। ਅਤੇ ਐਪੀਸੋਡ 17 ਦੇ ਵਿੱਚ, ਇਹ 16 ਐਪੀਸੋਡ ਆ ਜਿਹੜਾ ਤੁਸੀਂ ਵੇਖ ਰਹੇ ਹੋ, ਅਤੇ 17 ਦੇ ਵਿੱਚ ਜਿਹੜਾ ਵਾ ਉਹ ਤੁਹਾਡੇ ਰੂਬਰੂ ਜਿਹੜਾ ਅਸੀਂ ਕਰਨ ਜਾ ਰਹੇ ਹਾਂ ਡਾਇਰੈਕਟਰ ਅਮਿਤਾ ਸ਼ਰਮਾ ਜੀ ਨੂੰ, ਅਤੇ ਉਹਨਾਂ ਦੇ ਨਾਲ ਕਰਾਂਗੇ ਸੋਹਣੀਆਂ ਗੱਲਾਂ ਔਰ ਇਸ ਥੀਏਟਰ ਵਰਕਸ਼ਾਪ ਦੇ ਬਾਰੇ ਉਹ ਤੁਹਾਨੂੰ ਗਿਆਨ ਭਰਪੂਰ ਜਾਣਕਾਰੀ ਦੇਣਗੇ। ਧੰਨਵਾਦ। सबसे पहले तो सबको सत श्री अकाल। मेरा नाम सत्यशील खुल्लर है। मैं NSD दिल्ली की वर्कशॉप कर रहा हूँ यहाँ अमृतसर पंजाब में। मेरा इंटरेस्ट एक्टिंग में हमेशा से था, बचपन से मैं थिएटर में करता था। थिएटर में जाते जाते मुझे ये एहसास हुआ कि ये मैं हमेशा अपने एज अ लाइफ प्रोफेशन करना चाहता हूँ। तो थिएटर करते 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 मुझे दिल्ली में अचानक से पता चला कि यहाँ अमृतसर में नेशनल स्कूल ऑफ ड्रामा की वर्कशॉप चल रही है। तो मैंने सोचा क्यों ना इसमें अपना हाथ आजमाया जाए, देखा जाए कि मैं कितना ट्रेन हूँ इसमें आने के लिए, और क्या मैं इसको एज अ प्रोफेशन कर सकता हूँ आगे। क्योंकि यहाँ तो हम लोग सुबह से लेकर शाम तक सिर्फ एक्टिंग की बात करते हैं, पर आप लोग ये जानते हैं क्या कि जब आप एक्टिंग वर्ड सुनते हैं या एक्टर सुनते हैं तो आपके दिमाग में क्या आता है? शोहरत, एटीट्यूड। पर ये असली एक्टिंग नहीं होती है। असली एक्टिंग कुछ और ही है, असली एक्टर कुछ और ही होता है। ये हमें इस नेशनल स्कूल ऑफ ड्रामा वर्कशॉप में आके पता चला। एक्टर के लिए क्या क्या होना चाहिए। एक्टर के लिए योगा करना ज़रूरी होना चाहिए, माइंड और बॉडी का मैनेजमेंट अच्छा होना चाहिए, बॉडी फ्लेक्सिबिलिटी होनी चाहिए, वॉइस एंड स्पीच अच्छी होनी चाहिए। ये जो मैं बात कर रहा हूँ वो आप तक अच्छे से पहुँचे, इसे एक्टिंग कहते हैं। कम्युनिकेशन मेरा और ऑडियंस का ये अच्छा होना चाहिए। बाकी मैं अपनी वाणी को विराम देना चाहूँगा और बस इतना ही कहना चाहूँगा, अगर आपका भी एक्टिंग में इंटरेस्ट है तो प्लीज़ उसके लिए ट्राई करें, अपने पैशन को फॉलो करें और इसी तरह आगे बढ़ते रहें। जी धन्यवाद। सत श्री अकाल जी सारिਆਂ ਨੂੰ। मेरा नाम वंशिका है तो मैं एक बहुत ही खूबसूरत छोटे ਜਿਹੇ ਪਿੰਡ ਨੌਸ਼ਹਿਰਾ ਪਨਵਾ ਦੀ ਰਹਿਣ ਵਾਲੀ ਹਾਂ, ਜੋ ਕਿ ਅੰਮ੍ਰਿਤਸਰ ਤੋਂ ਕੁਝ 50 ਕਿਲੋਮੀਟਰ ਦੀ ਦੂਰੀ ਤੇ ਹੈ। ਤੇ ਮੈਂ NSD ਦੀ ਵਰਕਸ਼ਾਪ ਕਰ ਰਹੀ ਹਾਂ ਜੋ ਕਿ ਅੰਮ੍ਰਿਤਸਰ ਵਿੱਚ ਕਰਵਾਈ ਜਾ ਰਹੀ ਹੈ। ਮੈਂ ਖੁਦ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਇਹ ਵਰਕਸ਼ਾਪ ਕਰਨ ਦਾ ਮੌਕਾ ਮਿਲਿਆ ਹੈ, ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਹੈ ਕਿ ਸਾਨੂੰ ਇੱਕ ਬੇਸਿਕ ਚੀਜ਼ ਜੋ ਬਰਥ ਰਾਈਟ ਤੋਂ ਅਸੀਂ ਕਰਦੇ ਆ ਰਹੇ ਹਾਂ, ਜਦੋਂ ਅਸੀਂ ਜਨਮ ਹੋਇਆ ਸਾਡਾ ਉਦੋਂ ਦਾ ਅਸੀਂ ਕਰਦੇ ਆ ਰਹੇ ਹਾਂ, ਉਹ ਚੀਜ਼ ਹੈ ਕਿ ਸਾਹ ਲੈਣਾ। ਸਾਨੂੰ ਸਾਹ ਲੈਣਾ ਤੱਕ ਨਹੀਂ ਆਉਂਦਾ। ਇੱਥੇ ਆ ਕੇ ਅਸੀਂ ਸਿੱਖਿਆ ਹੈ ਕਿ ਸਾਨੂੰ ਬੁੱਕਸ ਵਿੱਚ ਪੜ੍ਹਾਇਆ ਜਾਂਦਾ ਜਦੋਂ ਇਨਹੇਲ ਕਰਨਾ ਤੇ ਪੇਟ ਅੰਦਰ ਕਰ ਲਓ, ਐਕਸਹੇਲ ਕਰਨਾ ਤੇ ਬਾਹਰ ਕਰ ਲਓ, ਗਲਤ ਹੈ। ਇੱਥੇ ਆ ਕੇ ਸਾਨੂੰ ਸਰ ਨੇ ਸਮਝਾਇਆ ਕਿ ਜਦੋਂ ਵੀ ਅਸੀਂ ਸਾਹ ਅੰਦਰ ਲੈਣਾ ਹੈ, ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਦੇ ਮਿਕਸਚਰ ਨੂੰ ਜਦੋਂ ਅਸੀਂ ਅੰਦਰ ਲਵਾਂਗੇ ਤਾਂ ਪੇਟ ਸਾਡਾ ਬਾਹਰ ਹੋਣਾ ਚਾਹੀਦਾ ਹੈ, ਫਿਰ ਹੀ ਸਾਡੀ ਬਰੀਦਿੰਗ ਸਿਸਟਮ ਜੋ ਹੈ ਉਹ ਠੀਕ ਹੋ ਸਕਦਾ ਹੈ। ਸੋ ਇਹ ਤਾਂ ਬਿਲਕੁਲ ਹੀ ਬੇਸਿਕ ਤੁਹਾਨੂੰ ਮੈਂ ਐਗਜ਼ਾਮਪਲ ਦੇ ਰਹੀ ਹਾਂ ਕਿ ਮੈਂ ਇੱਥੇ ਕੀ ਸਿੱਖਿਆ ਹੈ। ਅਤੇ ਉਹ ਸਿਰਫ ਐਕਟਰ ਨੂੰ ਹੀ ਨਹੀਂ, ਚਾਹੇ ਉਹ ਬਿਜ਼ਨਸਮੈਨ ਹੈ, ਚਾਹੇ ਉਹ ਟੀਚਰ ਹੈ, ਕੋਈ ਵੀ ਪ੍ਰੋਫੈਸ਼ਨ ਹੈ, ਸਾਹ ਲੈਣੇ ਤਾਂ ਸਾਰਿਆਂ ਲਈ ਜ਼ਰੂਰੀ ਹੈ ਨਾ। ਸੋ ਜੇਕਰ ਸਾਨੂੰ ਸਾਹ ਲੈਣੇ ਨਹੀਂ ਆਉਂਦੇ ਤਾਂ ਅਸੀਂ ਕਰ ਕੀ ਰਹੇ ਹਾਂ, ਹੈ ਨਾ। ਸੋ ਗੱਲ ਇਹ ਹੈਗੀ ਹੈ ਕਿ ਹਰ ਇਨਸਾਨ, ਸਿਰਫ ਐਕਟਰ ਨਹੀਂ, ਹਰ ਇਨਸਾਨ ਇੱਕ ਅਦਾਕਾਰ ਹੈ, ਕਿਉਂਕਿ ਅਸੀਂ ਕੁਛ ਵੀ ਕਰਦੇ ਹਾਂ। ਕਦੀ ਸਾਡਾ ਇਮੋਸ਼ਨ ਕੁਛ ਹੁੰਦਾ ਲੇਕਿਨ ਅਸੀਂ ਸ਼ੋਅ ਕੁਛ ਕਰਦੇ ਹਾਂ, ਕਵਰ ਤਾਂ ਅਸੀਂ ਵੀ ਕਰਦੇ ਹਾਂ। ਇੱਕ ਜੇਕਰ ਕੋਈ ਮੇਡ ਹੈ ਉਹ ਵੀ ਕਵਰ ਕਰ ਰਹੀ ਹੈ, ਡਾਕਟਰ ਹੈ ਅਤੇ ਉਹ ਵੀ ਕਵਰ ਕਰ ਰਿਹਾ, ਉਹ ਪਰੇਸ਼ਾਨ ਹੈ, ਫਿਰ ਵੀ 24 ਆਵਰਸ 24/7 ਉਹਨੇ ਆਪਣਾ ਜਿਹੜਾ ਸਰਵਿਸ ਹੈ ਉਹ ਦੇਣੀ ਹੈ। ਸੋ ਗੱਲ ਇਹ ਹੈਗੀ ਹੈ ਕਿ ਅਦਾਕਾਰੀ ਸਾਰੇ ਕਰ ਰਹੇ ਨੇ, ਬਸ ਉਹਦਾ ਖਿਤਾਬ ਸਿਰਫ ਐਕਟਰ ਅਤੇ ਐਕਟਰੈਸ ਲੈ ਜਾਂਦੇ ਨੇ। ਸੋ ਇਹਦੇ ਨਾਲ ਹੀ ਸਮੇਂ ਦੀ ਘਾਟ ਹੋਣ ਕਰਕੇ ਮੈਂ ਬਾਕੀ ਬੱਚਿਆਂ ਨੂੰ ਵੀ ਮੌਕਾ ਦੇਣਾ ਚਾਹੁੰਦੀ ਹਾਂ ਕਿ ਉਹ ਵੀ ਆਪਣੇ ਜਿਹੜੇ ਵਿਚਾਰ ਹੈ ਉਹ ਤੁਹਾਡੇ ਸਾਹਮਣੇ ਰੱਖਣ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਕਾਸ਼ਦੀਪ ਸਿੰਘ ਹੈ, ਮੈਂ ਝਬਾਲ ਤੋਂ ਆਉਂਦਾ ਵਾਂ ਅਤੇ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀ ਐਕਟਿੰਗ ਦਾ, ਅਤੇ ਪਰ ਐਕਟਿੰਗ ਬਾਰੇ ਮੈਨੂੰ ਕੁਝ ਪਤਾ ਨਹੀਂ ਸੀ ਕਿਵੇਂ ਕਰੀਦੀ ਆ ਜਾਂ ਫਿਲਮਾਂ 'ਚ ਵੇਖੀਦਾ ਸੀ, ਕੁਝ ਨੌਲੇਜ ਨਹੀਂ ਸੀ ਮੈਨੂੰ। ਪਰ ਫਿਰ ਮੇਰੇ ਫਰੈਂਡ ਨੇ ਦੱਸਿਆ ਕਿ ਵਰਕਸ਼ਾਪ ਲੱਗੀ ਅੰਮ੍ਰਿਤਸਰ ਦੇ ਵਿੱਚ NSD ਦੀ, ਫਿਰ ਮੈਂ ਇੱਥੇ ਆਇਆ, ਆਡੀਸ਼ਨ ਦਿੱਤੇ
ਤੇ ਉਸ ਤੋਂ ਬਾਅਦ ਫਿਰ ਮੈਂ ਹੁਣ ਜਿੱਦਾਂ ਸਾਲ ਹੋ ਗਿਆ ਲੋਕਡਾਊਨ ਤੋਂ ਬਾਅਦ ਘਰੇ ਹੀ ਬੈਠੇ ਸੀ, ਸੁੱਤੇ, ਖਾ ਲਿਆ, ਸੌਂ ਲਿਆ, ਖਾ ਲਿਆ, ਫਿਰ ਇਦਾਂ ਚੱਲਦੀ ਸੀ ਸਾਡੀ ਰੂਟੀਨ। ਢਿੱਡ ਨਿਕਲ ਆਇਆ ਸੀ ਪੂਰਾ। ਪਰ ਇੱਥੇ ਆਣ ਕੇ ਸਾਨੂੰ ਸਰ ਨੇ ਵੱਖਰੀਆਂ ਗੇਮ ਕਰਾਈਆਂ, ਐਕਸਰਸਾਈਜ਼ ਕਰਾਈਆਂ, ਬੜਾ ਕੁਝ ਕਰਾ ਕੇ ਫਿਰ ਹੁਣ ਅਸੀਂ ਫਿੱਟ ਆ ਤੇ ਤੰਦਰੁਸਤ ਫੀਲ ਕਰਦੇ ਹਾਂ, ਸਟੈਮਿਨਾ ਵਧ ਰਿਹਾ ਸਾਡੇ ਵਿੱਚ। ਐਕਟਿੰਗ ਦੇ ਨਾਲ ਹੋਰ ਬੜਾ ਕੁਝ ਸਿੱਖਣ ਨੂੰ ਮਿਲਿਆ, ਨਵੀਂ ਗੇਮ ਸਿਖਾਈ ਜਾ ਰਹੀ ਹੈ ਸਾਰਿਆਂ ਨੂੰ, ਜੋ ਐਕਟਰ ਨੂੰ ਚਾਹੀਦੀਆਂ ਵਾ, ਉਹਨਾਂ ਦੀ ਰੂਟੀਨ ਵਧੀਆ ਹੋਣੀ ਚਾਹੀਦੀ ਆ। ਬਸ ਇਹਨਾਂ ਸ਼ਬਦਾਂ ਨੂੰ ਥੈਂਕ ਯੂ ਸਾਰਿਆਂ ਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਚਰਨਜੀਤ ਕੌਰ, ਪਿੰਡ ਰੂਪੋਵਾਲੀ ਖੁਰਦ, ਕੱਥੂ ਨੰਗਲ ਦੇ ਨੇੜੇ। ਮੈਨੂੰ ਇਹ ਚੀਜ਼ ਦਾ ਬਿਲਕੁਲ ਨਹੀਂ ਸੀ ਪਤਾ ਕਿ ਐਕਟਿੰਗ ਕੀ ਹੁੰਦੀ ਆ। ਬਸ ਮੈਨੂੰ ਇੰਨਾ ਪਤਾ ਸੀ ਕਿ ਘਰ ਵਿੱਚ ਗਾਉਣਾ ਵਾ, ਗਾਉਣ ਤੋਂ ਇਲਾਵਾ ਮੈਂ ਬਸ ਸਟੱਡੀ ਕਰਨਾ, ਘਰੇ ਗਾਣਾ। ਮੈਨੂੰ ਕਿਸੇ ਨੇ ਦੱਸਿਆ ਕਿ ਇੱਦਾਂ ਵਰਕਸ਼ਾਪ ਅੰਮ੍ਰਿਤਸਰ ਦੇ ਵਿੱਚ ਚੱਲ ਰਹੀ ਆ, ਅਤੇ ਜਦੋਂ ਮੈਂ ਆਣ ਕੇ ਇੱਥੇ ਆਡੀਸ਼ਨ ਦਿੱਤਾ ਅਤੇ ਮੈਨੂੰ ਆਡੀਸ਼ਨ ਚਲੋ ਕਲੀਅਰ ਹੋ ਗਿਆ ਅਤੇ ਬਹੁਤ ਵਧੀਆ ਫੀਲ ਹੋਇਆ ਕਿ ਚਲੋ ਆਡੀਸ਼ਨ ਕਲੀਅਰ ਕੀਤਾ ਵਾ। ਗਾੜੀ ਸਾਨੂੰ ਸਮਝ ਲੱਗੇਗੀ ਐਕਟਿੰਗ ਕੀ ਹੁੰਦੀ ਆ। ਸਿੰਗਿੰਗ ਦੇ ਨਾਲ ਐਕਟਰ ਨੂੰ ਐਕਟਿੰਗ ਵੀ ਬਹੁਤ ਜ਼ਰੂਰੀ ਆ, ਕਿਉਂਕਿ ਇਕੱਲੀ ਸਿੰਗਿੰਗ ਦੇ ਨਾਲ ਕੁਛ ਨਹੀਂ ਹੋਣਾ ਜ਼ਿੰਦਗੀ ਵਿੱਚ। ਅਤੇ ਸਾਨੂੰ ਸਾਡੇ ਮੈਮ ਰਜਿੰਦਰ ਸਰ ਅਤੇ ਅਮਿਤਾ ਮੈਮ ਜਿਹੜੇ ਰਿਸਪੈਕਟਡ ਸਾਡੇ, ਉਹਨਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ, ਇੱਥੋਂ ਤੱਕ ਕਿ ਸਾਨੂੰ ਜ਼ਿੰਦਗੀ ਬਾਰੇ ਕੁਛ ਨਹੀਂ ਨੌਲੇਜ ਪਤਾ ਕਿ ਕਿੱਥੇ ਕੀ ਕਰਨਾ ਵਾ, ਕਿੱਥੇ ਕੀ ਕਰਨਾ ਵਾ, ਕਿਵੇਂ ਰਿਐਕਟ ਕਰਨਾ, ਕਿਵੇਂ ਰਿਐਕਸ਼ਨ ਦੇਣਾ ਵਾ। ਇਹਨਾਂ ਸਾਰੀਆਂ ਚੀਜ਼ਾਂ ਨਾਲ ਸਾਨੂੰ ਮੈਮ ਨੇ ਅਤੇ ਸਰ ਨੇ ਬਹੁਤ ਵਧੀਆ ਜਾਣੂ ਕਰਾਇਆ। ਅਤੇ ਇੱਕ ਚੀਜ਼ ਹੋਰ, ਆਪਾਂ ਹਮੇਸ਼ਾ ਇਹੀ ਸੋਚਦੇ ਕਿ ਐਕਟਿੰਗ ਪਤਾ ਨਹੀਂ ਕੀ ਚੀਜ਼ ਆ, ਕੁਛ ਨਹੀਂ ਆ ਇਹ ਚੀਜ਼, ਬਟ ਇਹ ਆ ਕਿ ਆਪਾਂ ਨੂੰ ਸਮਝ ਆ ਜਾਂਦੀ ਆ ਕਿ ਕਿਹੜੇ ਟਾਈਮ 'ਤੇ ਕੀ ਰਿਐਕਸ਼ਨ ਦੇਣਾ ਵਾ। ਸੋ ਥੈਂਕ ਯੂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ ਸਾਰਿਆਂ ਨੂੰ। ਅਸੀਂ NSD ਨੈਸ਼ਨਲ ਸਕੂਲ ਆਫ ਡਰਾਮਾ ਥੀਏਟਰ ਦੀ ਵਰਕਸ਼ਾਪ ਲਾਉਣ ਲਈ ਇੱਥੇ ਵਿਰਸਾ ਵਿਹਾਰ ਵਿੱਚ ਆਏ ਹੋਏ ਹਾਂ। ਇਸ ਤੋਂ ਪਹਿਲਾਂ ਮੈਂ ਦਸਤਕ ਗਰੁੱਪ ਦਾ ਮੈਂਬਰ ਹਾਂ ਜਿਨ੍ਹਾਂ ਨੇ ਇਹ NSD ਵਰਕਸ਼ਾਪ ਸ਼ੁਰੂ ਕੀਤੀ ਆ। ਅਤੇ ਮੇਰੇ ਟੀਚਰ ਰਜਿੰਦਰ ਸਰ, ਅਮਿਤਾ ਮੈਮ, ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਵੀ ਇਹਨਾਂ ਨੇ ਸਾਨੂੰ ਇਸ ਵਰਕਸ਼ਾਪ ਦੇ ਵਿੱਚ ਫੇਰ ਲਿਆਂਦਾ। 1.5 ਸਾਲ ਦਾ ਲੋਕਡਾਊਨ ਲੱਗ ਗਿਆ ਸੀ, ਘਰ ਵਿੱਚ ਬੈਠ ਗਏ ਸੀ, ਤਕਰੀਬਨ ਚੀਜ਼ਾਂ ਜਿਵੇਂ ਭੁੱਲਦੇ ਜਾਂਦੇ ਆ, ਬਟ ਲੋਕਡਾਊਨ ਤੋਂ ਬਾਅਦ ਦੁਬਾਰਾ ਇਹਨਾਂ ਨੇ ਸਾਨੂੰ ਵਰਕਸ਼ਾਪ ਦੇ ਵਿੱਚ ਆਉਣ ਦਾ ਮੌਕਾ ਦਿੱਤਾ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਜਿੰਦਰ ਬੁਲਟ ਹੈ ਔਰ ਮੈਂ ਫਰੀਦਕੋਟ ਤੋਂ ਹਾਂ। ਫਰੀਦਕੋਟ ਦੇ ਲਾਗੇ ਮਚਾਕੀ ਖੁਰਦ ਮੇਰਾ ਪਿੰਡ ਹੈ। ਮੈਂ ਪ੍ਰੋਫੈਸ਼ਨਲ ਲੈਵਲ 'ਤੇ ਥੀਏਟਰ ਕਰਦਾ। ਮੇਰੀ ਸਟਾਰਟਿੰਗ ਜਿਹੜੀ ਹੋਈ ਹੈ ਉਹ ਕੀਰਤੀ ਕਿਰਪਾਲ ਜੀ ਤੋਂ ਹੋਈ ਹੈ, ਬਠਿੰਡੇ ਤੋਂ ਨੇ, ਉਹ ਨਾਟਿਅਮ ਗਰੁੱਪ ਉਹਨਾਂ ਦਾ ਪੰਜਾਬ। ਔਰ ਇਸ ਵਰਕਸ਼ਾਪ ਦਾ ਮੈਨੂੰ ਪਤਾ ਲੱਗਾ ਜਦੋਂ ਕਿ ਅੰਮ੍ਰਿਤਸਰ ਦੇ ਵਿੱਚ ਦਸਤਕ ਗਰੁੱਪ ਦੇ ਵੱਲੋਂ NSD ਦੀ ਵਰਕਸ਼ਾਪ ਆ ਜਿਹੜੀ ਹੋ ਰਹੀ ਹੈ, ਉਹਦੇ ਰਿਗਾਰਡਿੰਗ ਜਦੋਂ ਮੈਂ ਸਰ ਨਾਲ ਗੱਲ ਕੀਤੀ ਤਾਂ ਮੈਂ ਅਪਲਾਈ ਕੀਤਾ ਔਰ ਸਰ ਨੇ ਮੈਨੂੰ ਇਹਦੇ ਲਈ ਸਿਲੈਕਟ ਕੀਤਾ। ਔਰ ਮੈਂ ਆਪਦੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਕਿ ਇਸ ਵਰਕਸ਼ਾਪ ਦੇ ਲਈ ਮੈਨੂੰ ਉਹਨਾਂ ਨੇ ਇੱਥੇ ਇਹਦੇ ਲਈ ਚੁਣਿਆ ਹੈ ਔਰ ਮੈਂ ਇਸ ਦਾ ਵੱਧ ਤੋਂ ਵੱਧ ਫਾਇਦਾ ਲੈ ਕੇ ਇੱਥੋਂ ਜਾ ਰਿਹਾ। ਔਰ ਇਸ ਵਰਕਸ਼ਾਪ ਦੇ ਵਿੱਚ ਆ ਕੇ ਮੈਨੂੰ ਪਤਾ ਲੱਗਾ ਕਿ ਅਸਲ ਥੀਏਟਰ ਜੋ ਅਸੀਂ ਉੱਥੇ ਕਰ ਰਹੇ ਸੀ, ਕਿਉਂਕਿ ਸਾਡਾ ਏਰੀਆ ਜਿਹੜਾ ਬਲਵੰਤ ਗਾਰਗੀ ਜੀ ਵਾਲਾ ਬਠਿੰਡਾ ਏਰੀਆ ਹੈ ਅਤੇ ਉਹ ਰੇਤੇ ਦੇ ਟਿੱਬਿਆਂ ਦੇ ਵਿੱਚੋਂ ਨਿਕਲੇ ਹੋਏ ਕਲਾਕਾਰ ਨੇ, ਉੱਥੋਂ ਹੀ ਅਸੀਂ ਆਏ ਹਾਂ। ਔਰ ਅੰਮ੍ਰਿਤਸਰ ਦੇ ਵਿੱਚ ਆ ਕੇ ਇਸ ਦੀ ਜਿਹੜੀ ਟੈਕਨੀਕਲੀ ਜਿਹੜੀ ਨੌਲੇਜ ਹੈ ਥੀਏਟਰ ਦੀ, ਉਹ ਇਸ ਵਰਕਸ਼ਾਪ ਦੇ ਵਿੱਚ ਰਜਿੰਦਰ ਸਰ ਔਰ ਅਮਿਤਾ ਮੈਮ ਤੋਂ ਮੈਨੂੰ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਦਲਜੀਤ ਕੌਰ, ਕੱਥੂ ਨੰਗਲ ਤੋਂ। ਐਕਚੁਅਲੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਐਕਟਿੰਗ ਬਾਰੇ ਕੁਛ ਨਹੀਂ ਪਤਾ, ਕੁਛ ਨਹੀਂ। ਮੈਂ ਇੰਨੀ ਸੰਗਦੀ ਹੁੰਦੀ ਸੀ ਨਾ ਕਿ ਮੈਂ ਕਦੀ ਕਿਸੇ ਦੇ ਸਾਹਮਣੇ ਗੱਲ ਵੀ ਨਹੀਂ ਕਰਦੀ ਹੁੰਦੀ, ਇੰਨੀ ਜ਼ਿਆਦਾ ਸ਼ਰਮ ਸੰਗ ਮਹਿਸੂਸ ਹੁੰਦੀ ਸੀ ਮੈਨੂੰ। ਮੈਂ ਕਦੀ ਕਿਸੇ ਸਾਹਮਣੇ ਬੋਲ ਨਹੀਂ ਪਾਉਂਦੀ। ਅਤੇ ਪਰ ਇੱਥੇ ਆਣ ਕੇ ਵਰਕਸ਼ਾਪ 'ਚ ਆਣ ਕੇ ਰਜਿੰਦਰ ਸਰ, ਅਮਿਤਾ ਮੈਮ ਨੇ ਇੰਨਾ ਸਾਨੂੰ ਟੈਲੈਂਟ ਦਿੱਤਾ, ਇੱਕ ਮੇਰਾ ਝਾਕਾ ਕੱਢਿਆ। ਮੈਂ ਹੁਣ ਸਾਰੇ ਬੱਚੇ 20-22 ਬੱਚੇ ਸਭ ਦੇ ਸਾਹਮਣੇ ਪਰਫੋਰਮ ਕਰਦੀ ਹਾਂ, ਐਕਟਿੰਗ ਕਰਦੀ ਹਾਂ, ਹਰ ਇੱਕ ਤਰ੍ਹਾਂ ਬੇਝਿਜਕ ਕੇ ਹਰ ਕੰਮ ਕਰਦੀ ਹਾਂ। ਅਤੇ ਇਹ ਬਹੁਤ ਹੀ ਮੈਂ ਥੈਂਕ ਯੂ ਕਰਨਾ ਚਾਹੁੰਦੀ ਆਪਣੇ ਟੀਚਰਸ ਦਾ। ਅਤੇ ਬਸ ਥੈਂਕ ਯੂ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਰਮਦਾਸ ਤੋਂ ਰਹਿਣ ਵਾਲੀ ਹਾਂ, ਜੋ ਕਿ ਅੰਮ੍ਰਿਤਸਰ ਤੋਂ 50 ਕਿਲੋਮੀਟਰ ਦੂਰ ਹੈ। ਇੱਥੇ ਮੈਂ PG ਵਿੱਚ ਰਹਿੰਦੀ ਹਾਂ। ਅਤੇ ਸੋ ਇੱਥੇ ਮੈਨੂੰ ਇੱਕ ਅੰਕਲ ਸੀਗੇ ਮੇਰੇ, ਉਹਨਾਂ ਨੇ ਮੈਨੂੰ ਇੱਥੇ ਵਰਕਸ਼ਾਪ ਦੇ ਬਾਰੇ ਦੱਸਿਆ ਸੀਗਾ ਕਿ ਇੱਥੇ ਐਕਟ ਸਿਖਾਇਆ ਜਾਵੇਗਾ, ਅਤੇ ਉਹਨਾਂ ਨੇ ਮੈਨੂੰ ਦੱਸਿਆ ਅਤੇ ਫਿਰ ਮੈਂ ਇੱਥੇ ਆਈ। ਅਤੇ ਸੋ ਹਰ ਇੱਕ ਨੂੰ ਮੌਕਾ ਨਹੀਂ ਮਿਲਦਾ ਇਹ ਲਾਈਨ ਵਿੱਚ ਸਿੱਖਣ ਦਾ, ਵਰਕਸ਼ਾਪ ਕਰਨ ਦਾ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ। ਮੇਰੀ ਫੈਮਿਲੀ ਆ, ਉਹ ਵੀ ਇਸ ਲਾਈਨ ਤੋਂ ਜਾਣ ਤੋਂ ਮੈਨੂੰ ਰੋਕਦੀ ਆ, ਫਿਰ ਵੀ ਮੈਂ ਆਪਣੇ ਹਿੰਮਤ ਹੌਸਲੇ ਨਾਲ ਇਸ ਲਾਈਨ ਵਿੱਚ ਆਈ ਹਾਂ। ਮੇਰੇ ਪਰਿਵਾਰ ਵਿੱਚ ਇਸ ਲਾਈਨ ਵਿੱਚ ਕੋਈ ਵੀ ਨਹੀਂ ਕਦੇ ਵੀ ਆਇਆ, ਅਤੇ ਇਸ ਕਰਕੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ। ਬਸ ਇੰਨਾ ਹੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਸਮਰਿਧੀ ਅਤੇ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ। ਅਤੇ ਮੈਨੂੰ ਇਸ ਥੀਏਟਰ ਵਰਕਸ਼ਾਪ ਦਾ ਪਤਾ ਲੱਗਿਆ ਅਤੇ ਮੈਂ ਆਡੀਸ਼ਨ ਦੇਣ ਆਈ ਅਤੇ ਮੈਂ ਆਡੀਸ਼ਨ ਕਲੀਅਰ ਕਰ ਲਿਆ। ਉਸ ਤੋਂ ਬਾਅਦ
ਇੱਥੇ ਆ ਕੇ ਮੈਂ ਇੰਨਾ ਕੁਝ ਸਿੱਖਿਆ ਕਿ ਪਹਿਲੇ ਸਕੂਲ ਟਾਈਮ 'ਚ ਮੈਂ ਕਦੀ ਨਹੀਂ ਸਿੱਖਿਆ। ਮਤਲਬ ਸਕੂਲ 'ਚ ਟੀਚਰਸ ਨੇ ਪੜ੍ਹਾਉਣਾ ਆਉਣਾ, ਉਹੀ ਕਿਤਾਬਾਂ ਪੜ੍ਹਾਉਣੀਆਂ, ਉਹੀ ਪੜ੍ਹਾ ਕੇ ਚਲੇ ਜਾਣਾ। ਬਟ ਇੱਥੇ ਆ ਕੇ ਆਪਾਂ ਕਿਤਾਬਾਂ 'ਚੋਂ ਬਾਹਰ ਨਿਕਲੇ ਆਪਾਂ, ਮੈਨੂੰ ਸਮਝ ਆਇਆ ਕਿ ਮਤਲਬ ਜੀਣਾ ਕਿੱਦਾਂ ਵਾ, ਜ਼ਿੰਦਗੀ ਨੂੰ ਜੀਣ ਦਾ ਤਰੀਕਾ ਸਮਝ ਆਇਆ। ਮਤਲਬ ਘਰ ਬੈਠੇ ਬੈਠੇ ਆਪਾਂ ਕੀ ਹੁੰਦੇ ਸੀ ਕਿ ਆਪਣਾ ਮਤਲਬ ਸਰੀਰ ਹੀ ਵਧਾਉਣਾ ਅਤੇ ਮਤਲਬ ਫਿਟਨੈਸ ਦਾ ਵੀ ਕੋਈ ਖਿਆਲ ਨਹੀਂ ਸੀ। ਇੱਥੇ ਆ ਕੇ ਸਾਡਾ ਸਰੀਰ ਫਿੱਟ ਹੋਇਆ, ਸਾਡਾ ਸਟੈਮੀਨਾ ਵਧਿਆ। ਪਹਿਲੇ ਮੈਂ ਥੋੜ੍ਹਾ ਜਿੰਨਾ ਕੰਮ ਕਰਨਾ ਅਤੇ ਮੈਂ ਥੱਕ ਜਾਣਾ। ਹੁਣ ਮੈਂ ਮਤਲਬ ਇੱਥੇ ਇੰਨੀ ਮਿਹਨਤ ਕਰਕੇ ਵੀ ਘਰ ਜਾ ਕੇ ਮੇਰੀ ਅੱਖਾਂ ਨਹੀਂ ਘੁੱਟਦੀਆਂ, ਮੈਂ ਬੜਾ ਮਤਲਬ ਫਰੈਸ਼ ਫੀਲ ਕਰਦੀ ਹਾਂ। ਅਤੇ ਮੈਨੂੰ ਐਕਟਿੰਗ ਦਾ ਤਾਂ ਬਚਪਨ ਤੋਂ ਹੀ ਸ਼ੌਂਕ ਸੀ, ਬਟ ਮੈਂ ਕਦੀ ਪਤਾ ਨਹੀਂ ਸੀ ਕਿ ਮਤਲਬ ਰਸਤਾ ਕੀ ਹੈ। ਅਤੇ ਉਹ ਰਸਤਾ ਸਾਨੂੰ ਦਿਖਾਉਣ ਵਾਲੇ ਸਾਡੇ ਅਮਿਤਾ ਮੈਮ ਅਤੇ ਰਾਜਿੰਦਰ ਸਰ, ਉਹਨਾਂ ਨੇ ਸਾਨੂੰ ਮਤਲਬ ਸਿਖਾਇਆ, ਪੜ੍ਹਾਇਆ ਐਕਟਿੰਗ ਬਾਰੇ ਸਭ ਕੁਛ, ਮਤਲਬ ਉਹਨਾਂ ਨੇ ਦੱਸਿਆ। ਉਸ ਤੋਂ ਪਹਿਲੇ ਤਾਂ ਸਾਨੂੰ ਮਾਸਾ ਨਹੀਂ ਸੀ ਪਤਾ ਕਿ ਐਕਟਿੰਗ ਹੁੰਦੀ ਕਿਸ ਤਰ੍ਹਾਂ। ਆਪਾਂ ਇੱਦਾਂ ਹੀ ਬਸ ਮੂੰਹ ਬਣਾਉਂਦੇ ਰਹਿਣਾ, ਉਹਨੂੰ ਐਕਟਿੰਗ ਸਮਝਣਾ, ਬਟ ਐਕਟਿੰਗ ਉੱਦਾਂ ਨਹੀਂ ਹੁੰਦੀ। ਉਹ ਤਾਂ ਸਾਨੂੰ ਇੱਥੇ ਆਉਣ ਤੋਂ ਬਾਅਦ ਪਤਾ ਲੱਗਾ ਕਿ ਐਕਟਿੰਗ ਕੀ ਹੁੰਦੀ है। सो थैंक यू सारिया दा, थैंक यू सो मच। नमस्कार, मेरा नाम सौरभ तिवारी है। मैं लखनऊ यूपी का रहने वाला हूँ। तो मैं एक्चुअली मंडी हाउस में थिएटर कर रहा हूँ मैं पिछले 2 सालों से। तो उसके बाद जो है कोविड जब आया तो सारी चीज़ें बंद हो गई, मैं भी घर पे था। उसके बाद मैं वापस दिल्ली आया तो मैंने जॉब स्टार्ट की। तो जॉब कर रहा था मैं, तो जॉब करते करते मेरा एक दोस्त है और राजिंदर सर जो है वो दोस्त को जानते हैं, तो उसने मुझसे बोला कि वर्कशॉप है अमृतसर में, आप अगर जाना चाहते हो तो चले जाओ। तो मैंने राजिंदर सर से कांटेक्ट किया। राजिंदर सर ने बोला कि ठीक है, आप जो है अपना ऑडिशन कर लीजिएगा। तो मैंने राजिंदर सर को ऑडिशन दिया और उन्होंने मुझे सिलेक्ट किया। और मैं ये सोच के आया था, मैं 1 साल तक मैंने कुछ किया नहीं था, तो मैं बिल्कुल ऐसा हो गया था कि मतलब एक्टिंग क्या होती है मैं बिल्कुल ही भूल गया था। जॉब में बिज़ी हो गया, अपनी लाइफ में वो बिज़ी हो गया मैं बहुत ज़्यादा, कि सारी चीज़ें छूट गई थी। फिर जब मैं यहाँ आया, यहाँ इन लोगों से मिला, मुझे बहुत अच्छा लगा। इन लोगों को मैं थैंक यू बोलना चाहूँगा कि मुझे यहाँ पे भी आके अपने घर जैसा फील होता है। मुझे ऐसा नहीं लगता कि मैं कहीं बाहर काम कर रहा हूँ। थैंक यू इन लोगों को। और अमिता मैम ने मुझे बहुत सारी चीज़ें सिखाई। राजिंदर सर, जैसे हम सुबह आते हैं तो फिज़िकल वर्क करते हैं, उससे हमारी बॉडी जो है ओपन होती है। फिर माइंड पे वर्क करते हैं, मेडिटेशन करते हैं, गेम्स खेलते हैं, और धीरे धीरे जो है हमारी जो बॉडी, सोल, माइंड जो है वर्क करना स्टार्ट कर दिया है। हम मतलब काम करने लग गया है। तो धीरे धीरे ये पता चल, जैसे जो चीज़ें क्लोज़ हो गई थी वो धीरे धीरे फिर से खुलने लग गई हैं। दिमाग खुलने लग गया है कि काम करना है अपने बारे में। पहले अपने आप को अगर हम जान जाएंगे तो हम एक्टिंग भी बहुत अच्छे से कर सकते हैं। ये राजिंदर सर ने सिखाया और अमिता मैम ने सिखाया। तो मैं लास्ट में थैंक यू बोलना चाहूँगा कि मुझे वर्कशॉप में सिलेक्ट किया, उसके लिए बहुत बहुत धन्यवाद। थैंक यू सो मच।